ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਜੀ ਇਸ ਵਿਸ਼ੇਸ਼ ਗੁਰਮਤਿ ਸਮਾਗਮ ਦੀਆਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸ਼ਰਵਣ ਕੀਤੇ ਹਨ। ਉਪਰੰਤ ਗੁਰੂ ਘਰ ਦੇ ਮੁੱਖ ਸੇਵਾਦਾਰ ਮੇਰੇ ਵੱਡੇ ਵੀਰ ਸਰਦਾਰ ਪਰਮਜੀਤ ਸਿੰਘ ਜੀ ਨੇ ਆਪ ਜੀ ਨੂੰ ਇਸ ਸਾਰੇ ਹੀ ਸਮਾਗਮ ਦੀ ਰੂਪ ਰੇਖਾ ਬਾਰੇ ਵੀ ਦੱਸਿਆ ਹੈ ਅਤੇ ਆਪ ਜੀ ਨੂੰ ਪ੍ਰੇਰਨਾ ਵੀ ਕੀਤੀ ਹੈ ਕਿ ਵੱਧ ਤੋਂ ਵੱਧ ਸੰਗਤ ਸਮੇਂ ਸਿਰ ਪੁੱਜ ਕੇ ਇਹਨਾਂ ਸਮਾਗਮਾਂ ਦਾ ਲਾਹਾ ਖੱਟੋ। ਆਓ ਆਪ ਜੀ ਜਿਤਨੇ ਜੁੜੇ ਹੋ ਅਤੇ ਗੁਰਨਾਦ YouTube ਚੈਨਲ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਘਰਾਂ ਵਿੱਚ ਬਹਿ ਕੇ ਆਪਣੇ ਕੰਮ ਕਾਜ ਕਰਦੇ ਹੋਏ ਵੀ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ, ਸਾਰਿਆਂ ਨੂੰ ਬੇਨਤੀ ਹੈ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਤੇ ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਆਪ ਜੀ ਨੇ ਇਸ਼ਤਿਹਾਰ ਦੇ ਉੱਤੇ ਪੜ੍ਹਿਆ ਹੈ ਕਿ ਇਹ ਸਮਾਗਮ ਕਲਗੀਆਂ ਵਾਲੇ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਤੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਔਰ ਬੜਾ ਹੀ ਸੁਚੱਜਾ ਨਾਮ ਰੱਖਿਆ ਸਮਾਗਮ ਦਾ ਗਿਆਨ ਦਾ ਸਾਗਰ। 6 ਦਿਨ ਆਪ ਜੀ ਨੂੰ ਗੁਰੂ ਕੇ ਪਿਆਰਿਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਅਗੰਮੀ ਗਿਆਨ ਵਿੱਚੋਂ ਵਿਚਾਰਾਂ ਦੇ ਰਾਹੀਂ ਨਿਹਾਲ ਕਰਨਾ ਹੈ। ਪਰ ਮੈਨੂੰ ਵੀਰ ਜੀ ਨੇ ਕੁਝ ਵਿਸ਼ਿਆਂ ਬਾਰੇ ਵੀ ਕਿਹਾ ਹੈ ਜੋ ਆਮ ਤੌਰ 'ਤੇ ਸੰਗਤ ਦੇ ਸਵਾਲ ਹੁੰਦੇ ਨੇ ਕਿ ਮਨ ਕਿਉਂ ਨਹੀਂ ਟਿਕਦਾ।
ਸੰਗਤ ਵਿੱਚ ਆਉਣ ਦਾ ਕੀ ਫਾਇਦਾ ਹੈ, ਇਤਿਆਦਿ ਕੁਝ ਵਿਸ਼ੇ ਵੀ ਦਾਸ ਨੂੰ ਵੀਰ ਜੀ ਨੇ ਹੁਕਮ ਕੀਤੇ ਨੇ। ਜਿਸ ਤਰ੍ਹਾਂ ਸਤਿਗੁਰੂ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ, ਰਹਿਮਤ ਕਰਨਗੇ ਆਪ ਜੀ ਦੇ ਨਾਲ, ਦਾਸ ਵਿਚਾਰਾਂ ਦੀ ਸਾਂਝ ਪਾਏਗਾ। ਜਿਸ ਤਰ੍ਹਾਂ ਇੱਕ ਡਾਕੀਏ ਨੂੰ ਨਹੀਂ ਪਤਾ ਹੁੰਦਾ ਵੀ ਡਾਕ ਕਿਹੜੀ ਆਣੀ ਹੈ, ਡਾਕ ਤਾਂ ਪਿੱਛੋਂ ਹੀ ਆਉਂਦੀ ਹੈ, ਡਾਕੀਆ ਤਾਂ ਕੇਵਲ ਡਿਲੀਵਰ ਕਰਦਾ ਹੈ। ਡਾਕ ਤਾਂ ਮੇਰੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਭੇਜਣੀ ਹੈ। ਮੈਂ ਤਾਂ ਜੋ ਸਤਿਗੁਰੂ ਭੇਜਣਗੇ ਤੁਹਾਡੇ ਤੱਕ, ਤੁਹਾਡੇ ਸਮਕਸ਼ ਉਹ ਪੇਸ਼ ਕਰਾਂਗਾ। ਇੱਕ ਵਾਰ ਸਾਰੇ ਹੀ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਅਤੇ ਪਿਆਰ ਸਤਿਕਾਰ ਨਾਲ ਉਚਾਰਨ ਕਰੋ, ਸਤਿਨਾਮ ਸ਼੍ਰੀ ਸਤਿਨਾਮ। ਮੈਂ ਇੱਕ ਵਿਸ਼ਾ ਲੈ ਕੇ ਤੁਰਾਂਗਾ। ਗੁਰੂ ਨੇ ਚਾਹਿਆ, ਗੁਰੂ ਨੇ ਕਿਰਪਾ ਕੀਤੀ ਤੇ ਲਗਭਗ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਤੇ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਤੇ ਕਲਗੀਆਂ ਵਾਲੇ ਮਹਾਰਾਜ ਦਾ ਇਤਿਹਾਸ ਇਹਨਾਂ ਸਮਾਗਮਾਂ ਦੇ ਵਿੱਚ, ਜਿਹੜੀ ਦਾਸ ਦੀ 2 ਦਿਨ ਦੀ ਹਾਜ਼ਰੀ ਹੈ ਉਹਦੇ ਵਿੱਚ ਕਵਰ ਹੋ ਜਾਏਗਾ। ਉਹ ਵਿਸ਼ਾ ਹੈ ਸਿੱਖੀ ਦਾ। ਕਿਸੇ ਨੇ ਸਵਾਲ ਕੀਤਾ ਵੀ ਸਿੱਖੀ ਕਿਹਨੂੰ ਕਹਿੰਦੇ ਨੇ, ਸਿੱਖੀ ਕਿਹਨੂੰ ਕਹਿੰਦੇ ਨੇ, ਤੇ ਬੜਾ ਹੀ ਪਿਆਰਾ ਜਵਾਬ ਦਿੱਤਾ। ਕਹਿੰਦੇ ਸਿੱਖੀ ਹੈ ਤਲਵੰਡੀ ਤੋਂ ਲੈ ਕੇ ਤਲਵੰਡੀ ਤੱਕ ਦਾ ਸਫ਼ਰ। ਕੀ ਹੈ ਜੀ ਸਿੱਖੀ? ਤਲਵੰਡੀ ਤੋਂ ਲੈ ਕੇ। ਹੁਣ ਆਪ ਜੀ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਆਮਦ ਹੈ ਉਹ ਕਿਹੜੀ ਥਾਂ 'ਤੇ ਹੋਈ? ਗੁਰੂ ਨਾਨਕ ਸਾਹਿਬ ਦੀ ਰਾਏ ਭੋਏ ਦੀ ਤਲਵੰਡੀ। ਇਹ ਤਾਂ ਬਾਅਦ ਦੇ ਵਿੱਚ ਸ਼ਬਦ ਪਿਆ ਨਾ, ਨਨਕਾਣਾ, ਨਾਨਕ ਦਾ ਆਣਾ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਵਾ। ਇਹ ਨਾਨਕ ਆਇਣ ਤੋਂ ਨਨਕਾਣਾ ਬਣਿਆ। ਪਹਿਲਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਤਾਂ ਮੈਂ ਵਿਸ਼ਾ ਸ਼ੁਰੂ ਕੀਤਾ ਗੁਰੂ ਦੀ ਕਿਰਪਾ ਦੇ ਨਾਲ, ਸਿੱਖੀ ਹੈ ਤਲਵੰਡੀ ਤੋਂ ਲੈ ਕੇ ਤਲਵੰਡੀ ਤੱਕ ਦਾ ਸਫ਼ਰ। ਗੁਰੂ ਨਾਨਕ ਸਾਹਿਬ ਦੀ ਆਮਦ ਹੋਈ ਰਾਏ ਭੋਏ ਦੀ ਤਲਵੰਡੀ। ਜਦੋਂ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਸਰਸਾ ਦਾ ਵਿਛੋੜਾ ਪਿਆ, ਚਮਕੌਰ ਸਾਹਿਬ ਦੀ ਜੰਗ ਹੋਈ, ਮਾਚੀਵਾੜੇ ਦੇ ਜੰਗਲ, ਉੱਚ ਦਾ ਪੀਰ, ਦੀਨੇ ਕਾਂਗੜ ਜ਼ਫਰਨਾਮਾ ਲਿਖਣ ਤੋਂ ਬਾਅਦ ਮੁਕਤਸਰ ਦੀ ਜੰਗ ਹੋਈ ਤੇ ਉਸ ਤੋਂ ਬਾਅਦ ਮਹਾਰਾਜ ਕਿੱਥੇ ਪਹੁੰਚੇ ਜੀ? ਸਾਬੋ ਕੀ ਤਲਵੰਡੀ। ਹੁਣ ਤਲਵੰਡੀ ਤੋਂ ਤਲਵੰਡੀ ਤੱਕ ਦਾ ਇੱਕ ਬੜਾ ਵੱਡਾ ਸਫ਼ਰ ਹੈ। ਫਿਰ ਮੈਂ ਬੇਨਤੀ ਕਰਾਂ, ਕੋਈ ਸੰਗਤ ਪਿਛੜ ਕੇ ਆ ਰਹੀ ਹੈ, ਯਾਦ ਰੱਖਣਾ ਕਥਾ ਤੇ ਕੀਰਤਨ ਵਿੱਚ ਬੜਾ ਫਰਕ ਹੈ। ਕੀਰਤਨ ਹੁੰਦਾ ਪੱਕੇ ਸੂਤਰ ਵਾਂਗੂ। ਪੱਕਾ ਸੂਤਰ ਜਿੱਥੋਂ ਟੁੱਟਦਾ ਹੈ ਨਾ, ਅਸੀਂ ਉੱਥੇ ਗੰਢ ਮਾਰ ਲੈਂਦੇ ਹਾਂ। ਤੁਸੀਂ ਪਹਿਲਾ ਸ਼ਬਦ ਨਹੀਂ ਸੁਣਿਆ, ਦੂਜਾ ਸੁਣ ਲਓਗੇ, ਦੂਜਾ ਨਹੀਂ ਸੁਣਿਆ, ਤੀਜਾ ਸੁਣ ਲਓਗੇ, ਤੀਜਾ ਨਹੀਂ ਸੁਣਿਆ, ਚੌਥਾ ਸੁਣ ਲਓਗੇ, ਚੌਥਾ ਨਹੀਂ ਸੁਣਿਆ ਤੇ ਪੰਜਵਾਂ ਸੁਣ ਲਓਗੇ। ਜਿਹੜਾ ਸੁਣ ਲਓਗੇ ਸਮਝ ਪੈ ਜਾਏਗੀ। ਕੀਰਤਨ ਪੱਕੇ ਸੂਤਰ ਵਾਂਗੂ ਹੈ। ਪੱਕਾ ਸੂਤਰ ਜਿੱਥੋਂ ਟੁੱਟ ਜਾਏ ਅਸੀਂ ਉੱਥੋਂ ਗੰਢ ਲੈਂਦੇ ਹਾਂ। ਪਰ ਜਿਹੜੀ ਕਥਾ ਹੁੰਦੀ ਹੈ ਉਹ ਕੱਚੇ ਸੂਤਰ ਵਾਂਗੂ ਹੁੰਦੀ ਹੈ। ਕੱਚਾ ਸੂਤਰ ਜਦੋਂ ਟੁੱਟਦਾ ਹੈ ਨਾ, ਉਹ ਵਿੱਚੋਂ ਨਹੀਂ ਗੰਢਿਆ ਜਾਂਦਾ, ਉਹਨੂੰ ਫਿਰ ਦੁਬਾਰਾ ਚਰਖੇ ਦੇ ਤਕਲੇ ਤੋਂ ਚੁੱਕਣਾ ਪੈਂਦਾ ਹੈ। ਇਸ ਕਰਕੇ ਭਾਵੇਂ ਗੁਰੂ ਘਰ ਜਾ ਕੇ ਕਥਾ ਸ਼ਰਵਣ ਕਰੋ, ਭਾਵੇਂ ਟੀਵੀ ਰਾਹੀਂ, ਕਥਾ ਨੂੰ ਹਮੇਸ਼ਾ ਆਰੰਭਤਾ ਤੋਂ ਸੁਣਨਾ ਚਾਹੀਦਾ ਵੀ ਗੱਲ ਤੁਰੀ ਕਿੱਥੋਂ ਸੀ, ਕਿੱਥੇ ਜਾ ਕੇ ਮੁਕੰਮਲ ਹੋਈ। ਇਸ ਕਰਕੇ ਮੇਰੀ ਬੇਨਤੀ ਹੈ, ਕੋਸ਼ਿਸ਼ ਕਰਨਾ ਕਿ ਕੱਲ੍ਹ ਸਮੇਂ ਸਿਰ ਆਪ ਜੀ ਪਹੁੰਚਣਾ। ਤਾਂ ਵਿਸ਼ਾ ਸ਼ੁਰੂ ਕੀਤਾ ਸਿੱਖੀ ਦਾ। ਸਿੱਖੀ ਹੈ ਤਲਵੰਡੀ ਤੋਂ ਲੈ ਕੇ
ਤਲਵੰਡੀ ਤੱਕ ਦਾ ਸਫ਼ਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਆਮਦ ਹੋਈ ਰਾਏ ਭੋਏ ਦੀ ਤਲਵੰਡੀ। ਤੇ ਕਲਗੀਆਂ ਵਾਲੇ ਮਹਾਰਾਜ ਜੰਗਾਂ ਯੁੱਧਾਂ ਤੋਂ ਬਾਅਦ ਕਿੱਥੇ ਪਹੁੰਚ ਗਏ? ਸਾਬੋ ਕੀ ਤਲਵੰਡੀ। ਇੱਥੇ ਮਹਾਰਾਜ ਨੇ ਨਾ ਦਮ ਲਿਆ। ਕੀ ਲਿਆ? ਕੀ ਲਿਆ? ਦਮ, ਜਿਹਨੂੰ ਆਪਾਂ ਕਹਿੰਦੇ ਸਾਹ ਲੈਣਾ। ਤੇ ਇਸ ਅਸਥਾਨ ਦਾ ਨਾਮ ਕੀ ਪੈ ਗਿਆ? ਗੁਰਦੁਆਰਾ ਦਮਦਮਾ ਸਾਹਿਬ। ਦਮਦਮਾ ਸਾਹਿਬ ਇਸੇ ਕਰਕੇ ਕਿਹਾ ਜਾਂਦਾ ਹੈ ਕਿੱਥੇ ਮਹਾਰਾਜ ਨੇ ਕੀ ਲਿਆ? ਦਮ ਲਿਆ। ਕਿਉਂਕਿ ਤੁਸੀਂ ਤੱਕੋ ਨਾ, 8 ਮਹੀਨੇ ਅਨੰਦਪੁਰ ਸਾਹਿਬ ਨੂੰ ਘੇਰੇ ਪਏ। ਜੋ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ, ਸਰਸਾ ਦਾ ਵਿਛੋੜਾ, ਚਮਕੌਰ ਸਾਹਿਬ ਦੀ ਜੰਗ, ਮਾਚੀਵਾੜੇ ਦੇ ਜੰਗਲ, ਮਹਾਰਾਜ ਨੇ ਇੱਕ ਦਿਨ ਵੀ ਆਰਾਮ ਨਹੀਂ ਕੀਤਾ। ਇੱਕ ਦਿਨ ਵੀ। ਕਿਉਂਕਿ ਦੁਸ਼ਮਣ ਦਲ ਚੜ੍ਹ ਕੇ ਆ ਰਿਹਾ ਸੀ। ਸਾਬੋ ਕੀ ਤਲਵੰਡੀ ਪਹੁੰਚ ਕੇ ਮਹਾਰਾਜ ਨੇ ਦਮ ਲਿਆ, ਤਾਂ ਅਸੀਂ ਕਹਿੰਦੇ ਦਮਦਮਾ ਸਾਹਿਬ। ਮੌਜੂਦਾ ਸਮਾਂ ਸਾਡਾ 5ਵਾਂ ਤਖਤ ਵੀ ਹੈ। ਇਸ ਸਮੇਂ ਸਾਡਾ 5ਵਾਂ ਤਖਤ ਵੀ ਹੈ ਦਮਦਮਾ ਸਾਹਿਬ। ਹੁਣ ਸਾਬੋ ਕੀ ਤਲਵੰਡੀ ਮਹਾਰਾਜ ਨੇ 4 ਅਹਿਮ ਫੈਸਲੇ ਲਏ। ਕਿੰਨੇ? 4 ਅਹਿਮ ਫੈਸਲੇ ਲਏ ਸਾਬੋ ਕੀ ਤਲਵੰਡੀ। ਉਹ 4 ਫੈਸਲੇ ਕਿਹੜੇ ਨੇ? ਬੜੇ ਧਿਆਨ ਨਾਲ ਸੁਣਨਾ। ਪਹਿਲਾ ਹੈ ਗੁਰੂ ਪੰਥ। ਕੀ ਹੈ ਜੀ? ਵੀਰ ਨਹੀਂ ਬੋਲ ਰਹੇ। ਪਹਿਲਾ ਕੀ ਹੈ ਜੀ? ਗੁਰੂ ਪੰਥ। ਦੂਜਾ ਜੀ ਗੁਰੂ ਗ੍ਰੰਥ। ਦੂਜਾ ਕਿਹੜਾ ਜੀ? ਤੀਜਾ ਲਿਆ ਜੀ ਗੁਰ ਸਿੱਖ। ਕਿਹੜਾ ਜੀ? ਤੇ ਚੌਥਾ ਲਿਆ ਗੁਰੂ ਪੁੱਤਰ। ਕਿਹੜਾ ਜੀ? ਪਹਿਲਾ ਕਿਹੜਾ ਸੀ? ਪਹਿਲਾ ਕੀ ਸੀ ਜੀ? ਦੂਜਾ, ਤੀਜਾ, ਚੌਥਾ। ਹੁਣ ਇਹ 4 ਜਿਹੜੇ ਮਹਾਰਾਜ ਨੇ ਅਹਿਮ ਫੈਸਲੇ ਲਏ, ਪਹਿਲੇ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਖੋਲਾਂਗੇ, ਫਿਰ ਸਾਨੂੰ ਗੱਲ ਸਮਝ ਪਏਗੀ ਕਿ ਅਸਲ ਸਿੱਖੀ ਦਾ ਸਫ਼ਰ ਕੀ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਮੇਰ ਪਰਬਤ 'ਤੇ ਗਏ ਤੇ ਮਹਾਰਾਜ ਨੂੰ ਸਿੱਧ ਜੋਗੀ ਮਿਲੇ। ਇੱਕ ਗੱਲ ਆਪ ਜੀ ਧਿਆਨ ਨਾਲ ਸੁਣ ਲੈਣਾ। ਇੱਕ ਬੰਦਾ ਘੱਟ ਪੜ੍ਹਿਆ ਤੇ ਇੱਕ ਬੰਦਾ ਅਨਪੜ੍ਹ ਹੈ। ਘੱਟ ਪੜ੍ਹੇ ਤੇ ਅਨਪੜ੍ਹ ਨੂੰ ਸਮਝਾਉਣਾ ਬੜਾ ਸੌਖਾ ਹੁੰਦਾ ਹੈ, ਤੇ ਪੜ੍ਹੇ ਲਿਖੇ ਨੂੰ ਸਮਝਾਉਣਾ ਬੜਾ ਔਖਾ ਹੁੰਦਾ ਹੈ। ਕਿਉਂਕਿ ਜੇਤਾ ਪੜ੍ਹਿਆ ਤੇਤਾ ਕੜਿਆ। ਹੁਣ ਮਹਾਰਾਜ ਨੂੰ ਸੱਜਣ ਠੱਗ ਮਿਲਿਆ। ਮਹਾਰਾਜ ਨੇ ਇੱਕੋ ਹੀ ਸ਼ਬਦ ਉਚਾਰਨ ਕੀਤਾ, ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ। ਤੇ ਉਹ ਸੱਜਣ ਠੱਗ ਤੋਂ ਬਣ ਗਿਆ ਸੇਖ ਸੱਜਣ। ਠੀਕ ਹੈ। ਘੱਟ ਪੜ੍ਹੇ ਤੇ ਅਨਪੜ੍ਹ ਨੂੰ ਸਮਝਾਉਣਾ ਬੜਾ ਹੀ ਸੌਖਾ ਹੈ, ਪੜ੍ਹੇ ਲਿਖੇ ਨੂੰ ਸਮਝਾਉਣਾ ਬੜਾ ਔਖਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਸਭ ਤੋਂ ਵੱਧ ਵਿਚਾਰ, ਸਭ ਤੋਂ ਵੱਧ ਗੋਸ਼ਟੀ, ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਨੇ ਬਾਣੀ ਸਿੱਧਾਂ ਜੋਗੀਆਂ ਦੇ ਨਿਮਿਤ ਉਚਾਰਨ ਕੀਤੀ ਹੈ। ਕਿਉਂ? ਸਿੱਧ ਦਾ ਮਤਲਬ ਕੀ ਹੈ? ਸਕਾਲਰ, ਜਿਨਨੇ ਸਿੱਧੀ ਹਾਸਲ ਕੀਤੀ ਹੋਈ ਹੈ। ਸਭ ਤੋਂ ਵੱਧ ਤੇ ਸਭ ਤੋਂ ਜ਼ਿਆਦਾ ਚਰਚਾ ਵੀ ਸਿੱਧਾਂ ਦੇ ਨਾਲ ਹੋਈ। ਇੱਥੇ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਉਚੇਚੀ ਬਾਣੀ ਵੀ ਹੈ, ਸਿੱਧ ਗੋਸ਼ਟ। ਸਿੱਧਾਂ ਨਾਲ ਹੋਈ ਗੋਸ਼ਟੀ। ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਕਿਸੇ ਨੂੰ ਪਤਾ ਉਸ ਬਾਣੀ ਅੰਦਰ? ਪਹਿਲਾ ਸਵਾਲ ਚਲੋ ਮੇਰਾ, ਸਿੱਧ ਗੋਸ਼ਟ ਬਾਣੀ ਕਿਹੜੇ ਰਾਗ ਵਿੱਚ ਹੈ? ਕਿਸੇ ਨੂੰ ਪਤਾ ਹੈ? ਨਹੀਂ? ਹਾਂਜੀ। ਅਸਲ ਨਾ ਸਾਡਾ ਇੱਕ ਕਸੂਰ ਹੈ। ਅੱਜ ਤੱਕ ਅਸੀਂ ਡਾਕਟਰ ਨੂੰ ਨਹੀਂ ਕਿਹਾ ਵੀ ਪੈਸੇ ਜਿੰਨੇ ਮਰਜ਼ੀ ਲੈ ਲਓ, ਪਰ ਸਾਡੇ ਹਿੱਸੇ ਦੀ ਦਵਾਈ ਵੀ ਤੁਸੀਂ ਖਾਣਾ। ਕਿਹਾ ਕਦੀ ਡਾਕਟਰ ਨੂੰ? ਦੱਸੋ, ਨਹੀਂ ਕਿਹਾ ਨਾ। ਤੇ ਇੱਥੇ ਕਹਿੰਦੇ ਭੇਟਾ ਜਿੰਨੀ ਮਰਜ਼ੀ ਲੈ ਲੈਣਾ,
ਪਰ ਅਖੰਡ ਪਾਠ ਸਾਹਿਬ ਆਰੰਭ ਕਰਾ ਕੇ 5 ਪੌੜੀਆਂ ਤੋਂ ਬਾਅਦ ਅਸੀਂ ਨਹੀਂ ਸੁਣਨ ਆਣਾ। ਤੇ ਜਿਹੜਾ ਭੋਗ ਪਾਣਾ ਹੈ ਉਹ ਵੀ ਸਾਨੂੰ ਪੁੱਛ ਕੇ ਪਾਣਾ, ਕਿਉਂਕਿ ਦਾਰ ਜੀ ਥੋੜਾ ਟਾਈਮ ਲਾਉਂਦੇ ਨੇ ਤਿਆਰ ਹੋਣ ਦੇ ਵਿੱਚ। ਤੇ ਹਾਲਾਤ ਸਾਡੇ ਉਹ ਬਣੇ ਪਏ ਨੇ, ਕਰ ਹੁੰਦੇ ਰਤਨ ਪਦਾਰਥ ਭੁੱਖੇ, ਭਾਗਹੀਨ ਹਰ ਦੂਰੇ। ਕਿਸੇ ਨੇ ਲਿਖਿਆ ਸੀ ਨਾ, ਪੂਰੇ ਸਤਿਗੁਰੂ ਮੇਹਰ ਜਾ ਕੀਤੀ ਦਿਨ ਖੁਸ਼ੀਆਂ ਦਾ ਆਇਆ, ਸਤਿਗੁਰ ਦੇ ਧੰਨਵਾਦ ਵਾਸਤੇ ਅਖੰਡ ਪਾਠ ਰਖਵਾਇਆ। ਅਖੰਡ ਪਾਠ ਦੇ ਕਮਰੇ ਲਾਗੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਅੱਗੇ, ਬਾਬਾ ਜੀ ਨੇ ਇਕੱਲੇ। ਪਾਠ ਕੋਈ ਵੀ ਸੁਣਦਾ ਨਹੀਂ, ਪਾਠੀ ਜਾਵੇ ਪੜਦਾ, ਬੀਬੀ ਕਹਿੰਦੀ ਸਮੇਂ ਨਹੀਂ ਮੈਥੋਂ ਤਵੇ ਤੇ ਫੁਲਕਾ ਸੜਦਾ। ਆਏ ਪਰੋਣੇ ਕੀ ਖਾਣਗੇ, ਟੱਬਰ ਵਿਉਂਤਾ ਘੜਦਾ, ਪੈਰੇ ਉੱਤੇ ਕੋਈ ਨਾ ਬੈਠਾ, ਅੰਦਰ ਕੁੱਤਾ ਵੜਦਾ। ਮਤਲਬ ਕਦੀ ਡਾਕਟਰ ਨੂੰ ਨਹੀਂ ਕਿਹਾ ਜਿੰਨੇ ਮਰਜ਼ੀ ਪੈਸੇ ਲੈ ਲਓ, ਸਾਡੇ ਹਿੱਸੇ ਦੀ ਦਵਾਈ ਵੀ ਤੁਸੀਂ ਖਾ ਲੈਣਾ। ਇੱਥੇ ਕਹਿੰਦੇ ਆ, ਤੇ ਮਹਾਰਾਜ ਤਾਂ ਪਹਿਲੇ ਇਸ਼ਾਰਾ ਦੇ ਗਏ ਸਨ ਕਿ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਠੀਕ ਹੈ, ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ। ਹਰ ਗੁਰਸਿੱਖ ਨੇ 4 ਕੰਮ ਕਰਨੇ ਨੇ, 2 ਕੰਮ ਘਰ ਬਹਿ ਕੇ ਹੁੰਦੇ ਨੇ। ਸਵੇਰੇ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਤੇ 2 ਇੱਥੇ ਆ ਕੇ ਕਰਦੇ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਪਰ ਯਾਦ ਰੱਖਣਾ, ਕੇਵਲ ਇਸ ਦੇਖਣ ਨੂੰ ਪ੍ਰਵਾਨ ਨਹੀਂ ਕੀਤਾ। ਮਹਾਰਾਜ ਨੇ ਕਿਹਾ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੈ ਵਿਚਾਰ। ਇੰਨੀ ਅੱਖੀ ਨਦਰ ਨਾ ਆਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਇਹ ਵੀ ਬਚਨ ਨੇ ਗੁਰੂ ਅਮਰਦਾਸ ਮਹਾਰਾਜ ਦੇ। ਜਿਹੜੀ ਸਿੱਧ ਗੋਸ਼ਟ ਬਾਣੀ ਹੈ ਨਾ, ਉਹ ਰਾਮਕਲੀ ਰਾਗ ਵਿੱਚ ਹੈ। ਉਹਦਾ ਵੀ ਕਾਰਨ ਸੁਣ ਲਓ। ਅੱਜ ਵੀ ਤੁਸੀਂ ਤੱਕੋਗੇ, ਜਿਹੜੇ ਜੋਗੀ ਲੋਕ ਨੇ ਸਵੇਰੇ ਸਵੇਰੇ ਮੰਗਣ ਨਿਕਲਦੇ ਨੇ ਨਾ, ਉਹ ਰਾਮਕਲੀ ਰਾਗ ਗਾ ਕੇ ਮੰਗਦੇ ਨੇ। ਉਹਨਾਂ ਦਾ ਮਨ ਭਾਉਂਦਾ ਰਾਗ ਹੈ ਰਾਮਕਲੀ ਰਾਗ। ਸਿੱਧ ਗੋਸ਼ਟ ਬਾਣੀ ਕਿਹੜੇ ਰਾਗ ਵਿੱਚ ਹੈ ਜੀ? ਰਾਮਕਲੀ। ਹੁਣ ਦੂਜੀ ਗੱਲ, ਇਸ ਬਾਣੀ ਦੇ ਅੰਦਰ 73 ਪੌੜੀਆਂ ਨੇ। ਕਿੰਨੀਆਂ ਪੌੜੀਆਂ ਨੇ? 73 ਪੌੜੀਆਂ। ਉਸ ਤੋਂ ਅਗਲੀ ਗੱਲ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 73 ਪੌੜੀਆਂ ਦੇ ਵਿੱਚ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ 1 ਨਹੀਂ, 2 ਨਹੀਂ, 10 ਨਹੀਂ, 20 ਨਹੀਂ, 30 ਨਹੀਂ, 114 ਸਵਾਲ ਕੀਤੇ ਨੇ। 114 ਸਵਾਲ। ਦੇਖੋ, ਮੈਂ 2 ਪੰਕਤੀਆਂ ਬੋਲਾਂਗਾ, 4 ਸਵਾਲ ਆ ਜਾਣਗੇ। ਅਗਲੀਆਂ 2 ਪੰਕਤੀਆਂ ਵਿੱਚ ਮਹਾਰਾਜ 4ਾਂ ਦਾ ਜਵਾਬ ਵੀ ਦੇ ਦੇਣਗੇ। ਜੋਗੀ ਕਹਿੰਦੇ ਕਵਨ ਸੁਵੇਲਾ, ਕਵਨ ਸੁਵੇਲਾ ਬੋਲੋ, ਵਕਤ ਕਵਨ ਨਹੀਂ, ਉਹ ਤੁਸੀਂ ਜਪਜੀ ਸਾਹਿਬ ਵਿੱਚ ਪਹੁੰਚ ਗਏ। ਤੁਸੀਂ ਜਪਜੀ ਸਾਹਿਬ ਵਿੱਚ ਪਹੁੰਚ ਗਏ। ਕਵਨ ਮੂਲ, ਕਵਨ ਮਤ ਵੇਲਾ, ਕਵਨ ਗੁਰੂ ਜਿਸਕਾ ਤੂੰ ਚੇਲਾ। ਹੁਣ 4 ਸਵਾਲ ਨੇ। ਮੂਲ ਕੀ ਹੈ? ਕਿਹੜੀ ਮਤ ਲੈਣ ਦਾ ਵੇਲਾ ਹੈ? ਤੇਰਾ ਗੁਰੂ ਕੌਣ ਹੈ ਜਿਸਦਾ ਤੂੰ ਚੇਲਾ ਹੈ? 4 ਸਵਾਲ ਕੀਤੇ। ਕਵਨ ਮੂਲ, ਕਵਨ ਮਤ ਵੇਲਾ, ਕਵਨ ਗੁਰੂ ਜਿਸਕਾ ਤੂੰ ਚੇਲਾ। ਤੇ ਮਹਾਰਾਜ ਕਹਿੰਦੇ ਪਵਨ ਆਰੰਭ, ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਚੇਲਾ। 73 ਪੌੜੀਆਂ ਵਿੱਚ 114 ਸਵਾਲ ਨੇ। ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ, ਜੇ ਕਦੀ ਇਸੇ ਤਰ੍ਹਾਂ ਦਾ ਅੱਗੇ ਹਫਤੇ ਦਾ ਸਮਾਗਮ ਰੱਖੋ ਤੇ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਕਰਾਓ। ਉਹ 114 ਸਵਾਲ, ਕਿਉਂਕਿ ਸਿੱਧ ਦਾ ਮਤਲਬ ਸਕਾਲਰ, ਸਿੱਧੀ ਹਾਸਲ ਕੀਤੀ ਹੈ। ਬਾ ਕਮਾਲ ਸਵਾਲ ਕੀਤੇ ਨੇ ਜੋਗੀਆਂ ਨੇ, ਤੇ ਗੁਰੂ ਨਾਨਕ ਸਾਹਿਬ ਨੇ ਵੀ ਬਾ ਕਮਾਲ ਜਵਾਬ ਦਿੱਤਾ ਹੈ। ਤਾਂ ਮੈਂ ਜਿਹੜੀ ਬੇਨਤੀ ਕਰਨ ਲੱਗਾ, ਉਹ ਸਿੱਧਾਂ ਨਾਲ ਗੋਸ਼ਟੀ ਹੋਈ। ਗੁਰੂ ਨਾਨਕ ਸਾਹਿਬ ਗਏ, ਤੇ ਜਦੋਂ ਮਹਾਰਾਜ ਸੁਮੇਰ ਪਰਬਤ ਪਹੁੰਚੇ ਨਾ, ਉਹ ਜੋਗੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਤੁਹਾਡੇ ਕੋਲ ਕਰਾਮਾਤ ਹੈ। ਕਰਾਮਾਤ ਤੋਂ ਬਿਨਾਂ ਅੱਜ ਤੱਕ ਕੋਈ ਵੀ ਸੁਮੇਰ ਪਰਬਤ 'ਤੇ ਨਹੀਂ ਪਹੁੰਚ ਸਕਿਆ। ਸਾਨੂੰ ਵੀ ਕਰਾਮਾਤ ਵਿਖਾਓ। ਹੁਣ ਕਰਾਮਾਤ ਨੂੰ ਮੈਂ ਤੁਹਾਨੂੰ 1 ਮਿੰਟ ਹੀ ਸਮਝਾ ਦਿੰਦਾ ਵੀ ਕੀ ਚੀਜ਼ ਹੈ।
ਬੜਾ ਸੌਖਾ ਕਰਕੇ ਚੱਲਾਂਗੇ। ਬੰਦਾ ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਹੈ, ਤੇ ਜਦੋਂ ਪੁੱਠਾ ਲਟਕਿਆ ਤੇ ਕਹਿੰਦੇ ਲਿਵ ਲੱਗੀ ਹੈ, ਤੇ ਰੱਬ ਨੂੰ ਕਹਿੰਦਾ ਰੱਬਾ ਮੈਨੂੰ ਸੰਸਾਰ ਤੇ ਭੇਜ, ਮੈਂ ਇਸੇ ਤਰ੍ਹਾਂ ਤੇਰਾ ਨਾਮ ਜਪਾਂਗਾ। ਪਰ ਜਦੋਂ ਉਹ ਸੰਸਾਰ ਤੇ ਆਇਆ ਤੇ ਗੁਰੂ ਅਮਰਦਾਸ ਪਿਤਾ ਕਹਿੰਦੇ ਕੀ ਹੋਇਆ? ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਤੇ ਮਾਇਆ ਅਮਰ ਵਰਤਾਇਆ। ਅਮਰ ਕਹਿੰਦੇ ਨੇ ਹੁਕਮ ਨੂੰ, ਮਾਇਆ ਦਾ ਹੁਕਮ ਵਰਤ ਗਿਆ। ਉਹ ਜਿਹੜਾ ਜੀਵ ਰੱਬ ਨਾਲ ਜੁੜਿਆ ਸੀ ਨਾ, ਉਹ ਮਾਇਆ ਦੇ ਹੱਥ ਚੜ ਗਿਆ। ਪਰ ਉਹੀ ਜੀਵ ਨੂੰ ਜਦੋਂ ਅੱਗੇ ਜਾ ਕੇ ਪ੍ਰੇਰਨਾ ਹੁੰਦੀ ਹੈ, ਉਹ ਸੰਗਤ ਵਿੱਚ ਆਉਂਦਾ ਹੈ, ਜਿਗਿਆਸੂ ਬਣ ਕੇ ਨਾਮ ਜਪਦਾ ਹੈ, ਤੇ ਉਹ ਜਿਹੜੀ ਮਾਇਆ ਨਾ ਉਹ ਕੀ ਕਰਦੀ ਹੈ? ਕਰਾਮਾਤ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਜਾਂਦੀ ਹੈ। ਤੇ ਬਹੁਤੇ ਕੀ ਕਰਦੇ ਨੇ? ਉਸ ਕਰਾਮਾਤ ਨੂੰ ਹੀ ਮੰਜ਼ਿਲ ਸਮਝ ਕੇ ਉੱਥੇ ਰੁਕ ਜਾਂਦੇ ਨੇ। ਇਸੇ ਨੂੰ ਬਾਬਾ ਕਬੀਰ ਨੇ ਕਿਹਾ, ਚਾਲੇ ਤੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਸੇ ਦਿੱਲੀ ਦੀ ਧਰਤੀ ਤੇ ਕਿਹਾ ਸੀ ਵੀ ਕੋਈ ਕਰਾਮਾਤ ਵਿਖਾਓ। ਮਹਾਰਾਜ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਤੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਵੀ ਕਿਹਾ ਕਿ ਰਿੱਧ ਸਿੱਧ ਅਵਰਾ ਸਾਧ। ਇਹ ਅਵਰਾ ਸਾਧ ਹੈ, ਰੱਬ ਨਾਲ ਤੋੜ ਕੇ ਦੂਜੇ ਪਾਸੇ ਜੋੜਨ ਵਾਲਾ। ਹੁਣ ਜਿਹੜੀ ਕਰਾਮਾਤ ਹੈ, ਮਹਾਰਾਜ ਨੂੰ ਕਹਿੰਦੇ ਕਰਾਮਾਤ ਵਿਖਾਓ। ਕਰਾਮਾਤ ਤੋਂ ਬਿਨਾਂ ਕੋਈ ਸੁਮੇਰ ਪਰਬਤ 'ਤੇ ਆ ਹੀ ਨਹੀਂ ਸਕਦਾ। ਤੇ ਮਹਾਰਾਜ ਨੇ ਪਤਾ ਕੀ ਕਿਹਾ? ਸੁਣੋ ਭਾਈ ਗੁਰਦਾਸ ਨੂੰ, ਵਿਸ਼ੇ ਵਾਲੀ ਮੈਂ ਚੱਲ ਰਿਹਾ। ਸਿੱਧ ਬੋਲਣ ਸੁਣ ਨਾਨਕਾ, ਤੋਏ ਜਗ ਨੂੰ ਕਰਾਮਾਤ ਵਿਖਾਈ, ਕੁਛ ਵੇਖਾਲੇ ਅਸਾਂ ਨੂੰ, ਤੋ ਕਿਉ ਢਿੱਲ ਅਵੇਹੀ ਲਾਈ। ਬਾਬਾ ਬੋਲੇ ਨਾਥ ਜੀ, ਅਸੀਂ ਵੇਖਣ ਜੋਗੀ ਵਸਤ ਨਾ ਕਾਈ। ਵੇਖਣ ਜੋਗੀ ਭਾਵ ਤੁਹਾਨੂੰ ਵਿਖਾਲਣ ਜੋਗੀ ਸਾਡੇ ਕੋਲ ਕਰਾਮਾਤ ਨਹੀਂ। ਤੇ ਜੋਗੀ ਕਹਿੰਦੇ ਮਹਾਰਾਜ ਫਿਰ ਕਿਹੜੀ ਐਸੀ ਤਾਕਤ ਹੈ ਜਿੰਦੇ ਸਹਾਰੇ ਤੁਸੀਂ ਸੁਮੇਰ ਪਰਬਤ ਤੱਕ ਪਹੁੰਚ ਗਏ? ਮਹਾਰਾਜ ਕਹਿੰਦੇ ਦੋ ਹੀ ਚੀਜ਼ਾਂ ਨੇ। ਇੱਥੋਂ ਗੱਲ ਸ਼ੁਰੂ ਹੋਣੀ, ਦੋ ਹੀ ਚੀਜ਼ਾਂ ਨੇ। ਪੁੱਛਿਆ ਕਿਹੜੀ? ਮਹਾਰਾਜ ਕਹਿੰਦੇ ਪਹਿਲੀ ਹੈ ਗੁਰੂ ਕੀ ਸੰਗਤ। ਗੁਰੂ ਕੀ ਸੰਗਤ। ਤੇ ਦੂਜੀ ਹੈ ਗੁਰੂ ਕੀ ਬਾਣੀ। ਮਹਾਰਾਜ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਰਾਈ ਤਾਂ ਤੁਸੀਂ ਜਾਣਦੇ ਹੋ, ਘਰਾਂ ਵਿੱਚ ਅਸੀਂ ਵਰਤਦੇ ਹਾਂ, ਕਿੰਨੀ ਬਰੀਕ ਹੁੰਦੀ ਹੈ। ਮਹਾਰਾਜ ਕਹਿੰਦੇ ਰਾਈ ਮਾਤਰ ਵੀ ਮੈਨੂੰ ਕੋਈ ਹੋਰ ਸਹਾਰਾ ਨਹੀਂ, ਇੱਕ ਗੁਰੂ ਕੀ ਬਾਣੀ ਹੈ ਤੇ ਗੁਰੂ ਕੀ ਸੰਗਤ। ਇੱਥੋਂ ਗੁਰੂ ਨਾਨਕ ਸਾਹਿਬ ਨੇ ਗੱਲ ਸ਼ੁਰੂ ਕੀਤੀ। ਹੋਰ ਤੁਸੀਂ ਕਦੀ ਸਿੱਧ ਗੋਸ਼ਟ ਪੜ੍ਹੋਗੇ ਨਾ, ਜਦੋਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਨੇ, ਕਹਿੰਦੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਤ ਲੰਘਾਵੋ ਪਾਰੇ। ਤੇ ਉਹਨਾਂ ਨੇ ਸਵਾਲ ਕੀਤਾ ਸੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਮਹਾਰਾਜ ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ। ਕਿਸ ਕਾਰਨ ਇਹ ਭੇਖ ਨਿਵਾਸੀ? ਮਹਾਰਾਜ ਕਹਿੰਦੇ ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਕਿਸ ਵਖਰ ਕੇ ਤੁਮ ਵਣਜਾਰੇ? ਮਹਾਰਾਜ ਕਹਿੰਦੇ ਸਾਚ ਵਖਰ ਕੇ ਹਮ ਵਣਜਾਰੇ। ਤੇ ਉਹਨਾਂ ਦਾ ਸਵਾਲ ਸੀ ਕਿਉਂ ਕਰ ਸਾਤ ਲੰਘਾਵੋ ਪਾਰੇ। ਹੇ ਗੁਰੂ ਨਾਨਕ ਸਾਹਿਬ, ਜਿਹੜੇ ਤੁਹਾਡਾ ਸਾਥ ਕਰਨਗੇ, ਜਿਹੜੀ ਤੁਹਾਡੀ ਉਮਤ ਹੈ, ਜਿਹੜੀ ਤੁਹਾਡੀ ਸੰਗਤ ਹੈ, ਉਹਨੂੰ ਕਿਸ ਤਰ੍ਹਾਂ ਪਾਰ ਲੰਘਾਓਗੇ ਸੰਸਾਰ ਸਾਗਰ ਤੋਂ? ਕਿਉਂ ਕਰ ਸਾਥ ਲੰਘਾਵੋ ਪਾਰੇ। ਤੇ ਮਹਾਰਾਜ ਨੇ ਅਖੀਰ ਵਿੱਚ ਕਿਹਾ ਨਾਨਕ ਗੁਰਮੁਖ ਉਤਰਸ ਪਾਰੇ। ਮਹਾਰਾਜ ਕਹਿੰਦੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਹੀ ਸੰਸਾਰ ਸਾਗਰ ਤੋਂ ਪਾਰ ਉਤਾਰੇ ਹੋਣਗੇ। ਹੁਣ ਗੁਰੂ ਨਾਨਕ ਸਾਹਿਬ ਨੇ ਜਿੱਥੋਂ ਗੱਲ ਸ਼ੁਰੂ ਕੀਤੀ, ਕਹਿੰਦੇ ਇੱਕ ਗੁਰੂ ਕੀ ਸੰਗਤ ਤੇ ਇੱਕ ਗੁਰੂ ਕੀ ਬਾਣੀ। ਉਹ ਜਿਹੜੀ ਗੁਰੂ ਕੀ ਸੰਗਤ ਹੈ, ਇਸ ਨੂੰ ਅੱਗੇ ਜਾ ਕੇ ਕਲਗੀਆਂ ਵਾਲੇ ਮਹਾਰਾਜ ਨੇ ਨਾਮ ਦਿੱਤਾ ਗੁਰੂ ਪੰਥ। ਕੀ ਦਿੱਤਾ ਜੀ? ਗੁਰੂ ਪੰਥ। ਤੇ ਜਿਹੜੀ ਬਾਣੀ ਦੀ ਗੱਲ ਹੈ, ਇਸ ਨੂੰ ਅੱਗੇ ਜਾ ਕੇ ਕਲਗੀਆਂ ਵਾਲੇ ਮਹਾਰਾਜ ਨੇ ਕੀ ਕਿਹਾ? ਗੁਰੂ ਗ੍ਰੰਥ।
क्योंकि तलवंडी किन्ने काम होए सन? 4। पहला की सी? दूजा, तीजा, चौथा गुरुपुत्र। गुरु ग्रंथ, गुरु पंथ, गुरसिख, गुरुपुत्र 4 विषय असीं लैके चलने ने। तो गुरु नानक साहब ने कहा, गुर संगत बाणी बिना दूजी ओट नहीं है राई। उसे ही गुरु संगत नूं अगे जाके महाराज ने गुरु पंथ का दर्जा दिता। हुण इस विषय नूं मैं थोड़ा जिहा अगे जाके खोलांगा, क्योंकि भाई साहब ने मैनूं इस गल ते बड़ा फोकस किया सी भी तुसीं गुरु संगत विच आउण लई प्रेरणा करनी है। संगत बहुत घट आउंदी है गुरु संगत विच, जे आउंदी है तो मत्था टेक के चली जाती है। एक बार सारे आखो जी सतनाम श्री वाहिगुरू। विषय इस तरह अगे तुरेगा, गुरु संगत का गुरु पंथ, बाणी का गुरु ग्रंथ, गुरसिख ते गुरुपुत्र। बाबा दीप सिंह जी का भी असीं विचे ही गल विषा कवर करांगे। हुण मैं पहला जिहड़ा तुहाडे चरनां विच रखण लगा, तुहाडे समक्ष बेनती करन लगा, वो गुरु संगत की महानता। 1902 दे अंदर पाकिस्तान की धरती ते मुसलमान घराने विच एक बच्चे का जन्म होया। दोबारा मैं रिपीट कर रहा और वो गल करांगा जिंदे साडे कोल प्रूफ भी ने। 1902 दे अंदर पाकिस्तान की धरती ते एक मुसलमान बच्चे का जन्म होया। जदों बच्चे का जन्म होया, परिवार ने बच्चे का नाम रखा सैयद मुश्ताक हुसैन। की रखा जी? हुसैन। ज्यों ज्यों बच्चा वड्डा होया, परिवार के मन में आया क्यों ना असी अपने बच्चे नूं ईसाई धर्म का प्रचारक बनाइए। ईसाई वाहिगुरू इस्लाम धर्म का प्रचारक बनाइए। इस्लाम धर्म का प्रचारक बनाने के लिए उन्होंने अपने बच्चे नूं बगदाद की धरती ते भेज दिता। बगदाद वो धरती है जिथे धन गुरु नानक देव महाराज भी गए सन। असी भाई गुरदास नूं पढ़ते हैं ना, फिर बाबा गया बगदाद नो बाहर जाए किया अस्थाना, एक बाबा अकाल रूप दूजा रबाबी मरदाना। हुण सैयद मुश्ताक हुसैन बगदाद की धरती ते रह के इस्लाम की विद्या हासिल कर रहा। कहते एक दिन सैयद मुश्ताक हुसैन के मन में आया कुछ किताबां नूं लभण दे लई, क्योंकि एक गल मैं आप जी दे समक्ष रखा कि हर बंदे नूं ना गुण गाहक होना चाहिए। क्यों? बड़ी डूंगी गल है। तुसी रोज़ धुप्पे बहंदे हो ना, ठीक है बहंदे हो ना, पर मैनूं एक गल दसो, अज तक तुहाडे विचों किसी का मिलाप सूरज नाल होया? होया? नहीं होया ना। जद भी मिलाप होंदा सूरज दियां किरनां दे नाल होंदा है। जदों असीं धुप्पे बहंदे साडे ते सूरज दियां किरनां पैंदियां ने, ते सूरज दियां किरनां दा मिलाप ही सूरज दा मिलाप है। इस तरह अज तक रब नहीं किसी नूं मिलिया, ना मिलना है। जद भी मिलाप होना है रब दे गुणां दे नाल होना है, ते रब दे गुणां दा मिलाप ही रब दा मिलाप है। तां ही गुरु नानक साहब ने कहा ना कि सब गुण तेरे मैं नाही कोए, ते बिन गुण कीते भगत ना होए। गुणा का होवै वासुला कड वास लीजै, एते औरत मर्दा साजे ये सब रूप तुम्हारे। कबीर पूंगरा राम अल्लाह का सब गुर पीर हमारे। सब गुर पीर हमारे भाव जिथों कोई गुण मिले सिख लो, फड़ लो, कमा लो। कबीर रस को गांडो चूसिए, गुण को मरिया रोए। अवगण यारे मानसो भला ना कह कोई। गुण गाहक बनया करो, कित्थों भी गुण मिले। सुकरात वर्गे विद्वान तां कहंदे तुसी पागल तो भी बड़े गुण सीख सकते हो। पुछया किस तरह?
ਕਹਿੰਦੇ ਜਿੰਨਾ ਕੰਮਾਂ ਕਰਕੇ ਲੋਕੀ ਨੂੰ ਪਾਗਲ ਕਹਿ ਰਹੇ ਨੇ ਉਹ ਕੰਮ ਤੁਸੀਂ ਨਾ ਕਰੋ। ਹੁਣ ਮਹਾਰਾਜ ਨੇ ਤਾਂ ਅਮਲੀ ਦਾ ਵੀ ਦ੍ਰਿਸ਼ਟਾਂਤ ਦਿੱਤਾ ਹੈ ਕਿ ਅਮਲੀ ਅਮਲ ਨਾ ਅੰਬੜ ਹੈ। ਕਿੱਥੋਂ ਵੀ ਚੰਗਾ ਗੁਣ ਮਿਲੇ ਗੁਣ ਗਾਹਕ ਬਣਿਆ ਕਰੋ, ਕਿਉਂਕਿ ਰੱਬ ਦਾ ਮਿਲਾਪ ਹੈ ਗੁਣਾਂ ਦਾ ਮਿਲਾਪ। ਤੇ ਗੁਰੂ ਗ੍ਰੰਥ ਸਾਹਿਬ ਕੀ ਨੇ? ਗੁਣਾਂ ਦੇ ਸਾਗਰ ਨੇ, ਸਾਰੇ ਰੱਬ ਦੇ ਗੁਣ ਹੀ ਤਾਂ ਬਿਆਨੇ ਨੇ। ਹੁਣ ਜਿਸ ਤਰ੍ਹਾਂ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ, ਕੋਲਾ ਬੋਲ ਨਾ ਜਾਣੈ ਪੂਰਨ ਭਗਵਾਨ ਨੇ। ਦੇਖੋ ਨਾ, ਹੁਣ ਇਹਨੇ ਰੱਬ ਦਾ ਗੁਣ ਦੱਸ ਦਿੱਤਾ ਕਿ ਰੱਬ ਮਿੱਠ ਬੋਲੜਾ ਹੈ। ਹੁਣ ਜਦੋਂ ਤੁਸੀਂ ਉਹ ਚੰਗੇ ਗੁਣ ਆਪਣੇ ਅੰਦਰ ਲਿਆਓਗੇ ਤੇ ਲੋਕੀ ਕੀ ਕਹਿਣਗੇ ਕਿ ਰੱਬ ਵਾਲੇ ਸਾਰੇ ਹੀ ਗੁਣ ਇਹਦੇ ਵਿੱਚ ਨੇ, ਇਹ ਤਾਂ ਰੱਬ ਰੂਪ ਹੈ। ਬਸ ਇਹੀ ਰੱਬ ਦਾ ਦਰਸ਼ਨ ਹੈ। ਕੋਈ ਰੱਬ ਨੇ ਵੱਖਰਾ ਪ੍ਰਗਟ ਹੋ ਕੇ ਤੁਹਾਨੂੰ ਦਰਸ਼ਨ ਨਹੀਂ ਦੇਣਾ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਦਾ ਮਿਲਾਪ ਹੀ ਸੂਰਜ ਦਾ ਮਿਲਾਪ ਹੈ, ਇਸੇ ਤਰ੍ਹਾਂ ਰੱਬ ਦੇ ਗੁਣਾਂ ਦਾ ਮਿਲਾਪ ਹੀ ਰੱਬ ਦਾ ਮਿਲਾਪ ਹੈ। ਫਿਰ ਮੈਂ ਵਿਸ਼ੇ ਵੱਲ ਆ ਰਿਹਾ। ਹੁਣ ਸੈਯਦ ਮੁਸ਼ਤਾਕ ਹੁਸੈਨ ਦੇ ਮਨ ਵਿੱਚ ਆਇਆ, ਉਹ ਕੋਈ ਖੋਜ ਕਰਨ ਲਈ, ਕੋਈ ਗੁਣ ਗਾਹਕ ਬਣਨ ਦੇ ਲਈ ਕਿਸੇ ਲਾਇਬ੍ਰੇਰੀ ਵਿੱਚ ਚਲਾ ਗਿਆ, ਕਿਉਂਕਿ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਦਾ ਭੰਡਾਰ ਹੈ, ਕਿਤਾਬਾਂ ਵਿੱਚ ਗਿਆਨ ਦਾ ਭੰਡਾਰ ਹੈ। ਉਹ ਕਹਿੰਦੇ ਸੈਯਦ ਮੁਸ਼ਤਾਕ ਹੁਸੈਨ ਕੋਈ ਕਿਤਾਬ ਲੱਭ ਰਿਹਾ ਤੇ ਉਹਦੀ ਨਿਗਾਹ ਨਾਲ ਇੱਕ ਪੁਸਤਕ 'ਤੇ ਪੈ ਗਈ। ਉਸ ਪੁਸਤਕ ਦਾ ਟਾਈਟਲ ਹੈ ਦਾ ਤਾਜੁਦੀਨ ਡੈਰੀ, ਸਿਆਸੋ ਬਾਬਾ ਨਾਨਕ। ਹੁਣ ਇਹ ਕੀ ਚੀਜ਼, ਇਹਨੂੰ ਸਮਝੋ ਧਿਆਨ ਨਾਲ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਤੇ ਬਗਦਾਦ ਗਏ, ਇੱਕ ਮੁਸਲਮਾਨ ਲਿਖਾਰੀ ਜਿਹਦਾ ਨਾਮ ਹੈ ਤਾਜੁਦੀਨ, ਉਹ ਮਹਾਰਾਜ ਦੇ ਨਾਲ ਵਿਚਰਿਆ। ਤੇ ਜੋ ਮਹਾਰਾਜ ਸਾਰਾ ਦਿਨ ਕੌਤਕ ਵਰਤਾਉਂਦੇ ਸਨ, ਜੋ ਕਲਾ ਵਰਤਾਉਂਦੇ ਸਨ, ਉਹ ਤਾਜੁਦੀਨ ਆਪਣੀ ਡਾਇਰੀ ਵਿੱਚ ਲਿਖ ਲੈਂਦਾ ਸੀ। ਉਹ ਤਾਜੁਦੀਨ ਦੀ ਲਿਖੀ ਹੋਈ ਡਾਇਰੀ ਬਗਦਾਦ ਇੱਕ ਲਾਇਬ੍ਰੇਰੀ ਵਿੱਚ ਪਈ ਹੈ। ਸੈਯਦ ਮੁਸ਼ਤਾਕ ਹੁਸੈਨ ਦੀ ਨਿਗਾਹ ਉਸ ਡਾਇਰੀ 'ਤੇ ਪੈ ਗਈ। ਉਹਨੇ ਉਹ ਡਾਇਰੀ ਚੁੱਕ ਲਈ, ਸਿਆਸੋ ਬਾਬਾ ਨਾਨਕ ਦਾ ਤਾਜੁਦੀਨ ਡਾਇਰੀ। ਹੁਣ ਸੈਯਦ ਮੁਸ਼ਤਾਕ ਹੁਸੈਨ ਨੇ ਉਸ ਡਾਇਰੀ ਨੂੰ ਪੜ੍ਹਨਾ ਸ਼ੁਰੂ ਕੀਤਾ। ਜਿਉਂ-ਜਿਉਂ ਪੜ੍ਹੀ ਗਿਆ ਇਤਨਾ ਬੈਰਾਗ ਆਇਆ। ਗੁਰੂ ਨਾਨਕ ਸਾਹਿਬ ਦੇ ਕੌਤਕ ਪੜ੍ਹੇ, ਗੁਰੂ ਨਾਨਕ ਸਾਹਿਬ ਦੀ ਕਲਾ ਪੜ੍ਹੀ, ਤੇ ਮਨ ਨੇ ਇੱਕੋ ਗੱਲ ਕਹੀ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਸਤਿਗੁਰੂ ਨਾਨਕ। ਤੇ ਐਸੀ ਕਲਾ ਵਰਤੀ, ਜਦੋਂ ਸਾਰੀ ਕਿਤਾਬ ਪੜ੍ਹ ਲਈ, ਇੰਨਾ ਬੈਰਾਗ ਆ ਗਿਆ। ਉਹ ਮੁਸਲਮਾਨ ਸੈਯਦ ਮੁਸ਼ਤਾਕ ਹੁਸੈਨ ਨੇ ਅੰਮ੍ਰਿਤ ਪਾਨ ਕਰ ਲਿਆ, ਗੁਰੂ ਵਾਲਾ ਬਣ ਗਿਆ ਤੇ ਆਪਣਾ ਨਾਮ ਬਦਲ ਕੇ ਪ੍ਰਿਥੀਪਾਲ ਸਿੰਘ ਰੱਖ ਲਿਆ। ਹੁਣ ਅੱਗੇ ਚੱਲੀਏ। 1947 ਦੇ ਅੰਦਰ ਜਦੋਂ ਪਾਰਟੀਸ਼ਨ ਹੋਇਆ, ਇਹ ਪਰਿਵਾਰ ਪਾਕਿਸਤਾਨ ਤੋਂ ਇੰਡੀਆ ਵਿੱਚ ਆ ਗਿਆ। ਯੂਪੀ ਦੇ ਅੰਦਰ ਕਾਨਪੁਰ ਵਿਖੇ ਇਹ ਪਰਿਵਾਰ ਆ ਕੇ ਟਿਕਿਆ। 69 ਦੇ ਵਿੱਚ ਪ੍ਰਿਥੀਪਾਲ ਸਿੰਘ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦਾ ਪਰਿਵਾਰ ਨਾ ਕਾਨਪੁਰ ਤੋਂ ਇੰਗਲੈਂਡ ਮੂਵ ਕਰ ਗਿਆ। ਇੰਗਲੈਂਡ ਦੇ ਵਿੱਚ ਇੱਕ ਜਗ੍ਹਾ ਹੈ, ਉਹਦਾ ਨਾਮ ਹੈ ਹੇਜ਼, ਬਿਲਕੁਲ ਸਾਊਥ ਹਾਲ ਦੇ ਨਾਲ ਹੈ ਹੇਜ਼। ਉੱਥੇ ਅੱਜ ਵੀ ਉਹ ਪਰਿਵਾਰ ਰਹਿੰਦਾ ਹੈ। ਉਸ ਪਰਿਵਾਰ ਦੇ ਕੋਲ ਉਹ ਤਾਜੁਦੀਨ ਦੀ ਲਿਖੀ ਹੋਈ ਡਾਇਰੀ ਪਈ ਹੈ ਐਜ਼ ਇਟ ਇਜ਼। ਹੁਣ ਉਹ ਅਰਬੀ ਭਾਸ਼ਾ ਵਿੱਚ ਹੈ, ਕਿਉਂਕਿ ਉਸ ਵੇਲੇ ਉਸ ਬੋਲੀ ਦਾ ਬੋਲਬਾਲਾ ਸੀ। ਉੱਦਮ ਹੋਇਆ ਉਹ ਤਾਜੁਦੀਨ ਦੀ ਡਾਇਰੀ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕੀਤਾ ਗਿਆ, ਕਿਉਂਕਿ ਚਲੋ ਇੰਗਲਿਸ਼ ਨੂੰ ਪੜ੍ਹਨਾ ਅੱਜ ਫਿਰ ਵੀ ਸੌਖਾ ਹੈ, ਅਰਬੀ ਫਾਰਸੀ ਤਾਂ ਕਿਸੇ ਨੂੰ ਨਹੀਂ ਆਉਂਦੀ। ਦਾਸ ਨੂੰ ਵੀ ਪ੍ਰੇਰਨਾ ਹੋਈ, ਦਾਸ ਨੇ ਉਹ ਡਾਇਰੀ ਮੰਗਾ ਕੇ ਪੜ੍ਹੀ, ਔਰ ਵਾਕਈ ਜਦੋਂ ਪੜ੍ਹਿਆ ਨਾ ਤੇ ਸਿਰ ਝੁਕ ਗਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ।
ਉਹ ਡਾਇਰੀ ਕਿਸੇ ਨੂੰ ਚਾਹੀਦੀ ਹੋਵੇ, ਮੇਰੇ ਕੋਲ ਉਹਦੀ PDF ਫਾਈਲ ਵੀ ਹੈ, ਮੈਂ ਆਪ ਜੀ ਨੂੰ ਦੇ ਸਕਦਾ ਹਾਂ। ਹੁਣ ਉਸ ਡਾਇਰੀ ਵਿੱਚੋਂ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗਾ, ਤੁਹਾਨੂੰ ਪਤਾ ਲੱਗੇ ਵੀ ਜਿਸ ਸੰਗਤ ਵਿੱਚ ਅਸੀਂ ਆਉਂਦੇ ਹਾਂ, ਜਿਹਨੂੰ ਅੱਗੇ ਕਲਗੀਆਂ ਵਾਲੇ ਮਹਾਰਾਜ ਨੇ ਗੁਰੂ ਪੰਥ ਦਾ ਦਰਜਾ ਵੀ ਦਿੱਤਾ ਹੈ, ਉਹ ਵਿਸ਼ਾ ਅੱਗੇ ਤੁਰਨਾ ਹੈ। ਬਾਬਾ ਦੀਪ ਸਿੰਘ ਦੀ ਗੱਲ ਵੀ ਕਰਨੀ ਹੈ, ਪਰ ਭਾਈ ਸਾਹਿਬ ਨੇ ਕਿਹਾ ਸੀ ਇਸ ਗੱਲ ਤੇ ਜ਼ਿਆਦਾ ਫੋਕਸ ਕਰਨਾ ਵੀ ਸੰਗਤ ਤੇ, ਤੁਹਾਨੂੰ ਪਤਾ ਲੱਗੇ ਵੀ ਸੰਗਤ ਦੀ ਮਹਾਨਤਾ ਕੀ ਹੈ। ਉਸ ਡਾਇਰੀ ਵਿੱਚੋਂ ਮੈਂ ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ। ਉਸ ਦਾ 13 ਨੰਬਰ ਚੈਪਟਰ ਹੈ ਬਲੈਸਿੰਗ ਫॉर ਸਲੀਮਾ। ਤਾਜੁਦੀਨ ਆਪਣੀ ਡਾਇਰੀ ਵਿੱਚ ਲਿਖਦਾ ਹੈ, ਕਹਿੰਦੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਗਏ, ਰਾਤ 12 ਵਜੇ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੋ ਜਾਂਦਾ ਹੈ, ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਪਹਿਲੇ ਪਹਿਰੇ ਸਭ ਕੋਈ ਜਾਗੈ, 6 ਤੋਂ 9 ਪਹਿਲਾ ਪੈਰ ਹੈ, ਹਰ ਕੋਈ ਜਾਗ ਰਿਹਾ। ਪਹਿਲੇ ਪਹਿਰੇ ਹਰ ਕੋਈ ਜਾਗੈ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸ਼ਕਰ ਜਾਗੈ, ਚੌਥੇ ਪਹਿਰੇ ਜੋਗੀ। ਜਿਨ੍ਹਾਂ ਨੇ ਰੱਬ ਨਾਲ ਜੁੜਨਾ ਉਸ ਵੇਲੇ ਉੱਠ ਜਾਂਦੇ ਨੇ। ਮਹਾਰਾਜ ਨੇ ਸਾਰੀ ਰਾਤ ਕੀਰਤਨ ਕਰਨਾ। ਕੋਈ ਅੱਜ ਵਾਂਗੂ ਰੋਸ਼ਨੀ ਦਾ ਪ੍ਰਬੰਧ ਨਹੀਂ ਸੀ, ਹਨੇਰਾ ਹੋਣਾ, ਸੰਗਤ ਨੇ ਬਹਿ ਕੇ ਕੀਰਤਨ ਸੁਣਨਾ। ਤੇ ਅਵਸਥਾ ਕੈਸੀ ਬਣਦੀ ਸੀ, ਭਾਈ ਗੁਰਦਾਸ ਕਹਿੰਦੇ ਸੁਣ ਮੁਨ ਨਗਰੀ ਪਈ, ਦੇਖ ਪੀਰ ਪਿਆ ਹੈਰਾਨਾ। ਕਹਿੰਦੇ ਇੱਕ ਦਿਨ ਕੀ ਹੋਇਆ, ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਰਤਨ ਦਾ ਭੋਗ ਪਾਇਆ। ਕੀਰਤਨ ਦਾ ਭੋਗ ਪਾਇਆ ਤੇ ਮਹਾਰਾਜ ਨੇ ਅੱਖਾਂ ਖੋਲੀਆਂ। ਤਾਜੁਦੀਨ ਕਹਿੰਦਾ ਮੈਂ ਬਿਲਕੁਲ ਮਹਾਰਾਜ ਦੇ ਸਾਹਮਣੇ ਬੈਠਾ ਤੇ ਮਹਾਰਾਜ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਬੇਟਾ ਤਾਜੁਦੀਨ ਗੱਲ ਸੁਣ। ਮੈਂ ਕਿਹਾ ਜੀ ਮਹਾਰਾਜ। ਕਹਿੰਦੇ ਮਹਾਰਾਜ ਨੇ ਕਿਹਾ ਉਹ ਪਿੱਛੇ ਨਾ ਇੱਕ ਬੀਬੀ ਬੈਠੀ ਹੈ, ਉਹ ਰੋਜ਼ ਕੀਰਤਨ ਸੁਣਨ ਆਉਂਦੀ ਹੈ, ਸੰਗਤ ਕਰਦੀ ਨੂੰ ਬੁਲਾ ਕੇ ਲਿਆ। ਤਾਜੁਦੀਨ ਕਹਿੰਦਾ ਮਹਾਰਾਜ ਨੇ ਜਿਸ ਬੱਚੀ ਨੂੰ ਬੁਲਾਇਆ ਨਾ, ਉਸ ਬੱਚੀ ਦਾ ਨਾਮ ਹੈ ਸਲੀਮਾ ਤੇ ਇਹਦੇ ਘਰ ਵਾਲੇ ਦਾ ਨਾਮ ਹੈ ਜਾਜਾ ਗੁਲਾਮ। ਜਿਹੜਾ ਜਾਜਾ ਗੁਲਾਮ ਹੈ ਉਹ ਸੌਦਾਗਰ ਹੈ, ਸੌਦਾਗਰੀ ਕਰਦਾ ਹੈ, ਕਿਉਂਕਿ 4 ਤਰ੍ਹਾਂ ਦੇ ਨਾਲ ਮਾਇਆ ਕਮਾਈ ਜਾਂਦੀ ਹੈ। ਨੌਕਰੀ ਕਰਕੇ, ਚਾਕਰੀ ਕਰਕੇ, ਸੌਦਾਗਰੀ, ਖੇਤੀਬਾੜੀ ਤੇ ਵਪਾਰ। ਮਹਾਰਾਜ ਨੇ ਉਸੇ ਨੂੰ ਨਿਮਿਤ ਰੱਖ ਕੇ ਸ਼ਬਦ ਵੀ ਉਚਾਰਨ ਕੀਤਾ ਨਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਲਾਏ ਚਿਤ ਕਰ ਚਾਕਰੀ। ਤੋ ਸੌਦਾਗਰੀ ਕਰਦਾ ਹੈ। ਕਹਿੰਦੇ ਜਿਨ੍ਹਾਂ ਦਿਨਾਂ ਵਿੱਚ ਗੁਰੂ ਨਾਨਕ ਸਾਹਿਬ ਬਗਦਾਦ ਆਏ ਸਨ, ਉਹ ਤਾਜੁਦੀਨ ਸੌਦਾਗਰੀ ਕਰਨ ਦੇ ਲਈ ਮਿਸਰ ਗਿਆ ਹੋਇਆ ਹੈ। ਵਾਹਿਗੁਰੂ, ਜਾਜਾ ਗੁਲਾਮ ਮਿਸਰ ਗਿਆ ਹੋਇਆ ਹੈ ਤੇ ਉਹਦੀ ਘਰ ਵਾਲੀ ਸਲੀਮਾ ਚੁੱਪ ਚਪੀਤੇ ਆ ਕੇ ਰਾਤੀ ਕੀਰਤਨ ਸੁਣਦੀ ਹੈ, ਸੰਗਤ ਕਰਦੀ ਹੈ। ਤੇ ਮਹਾਰਾਜ ਕਹਿੰਦੇ ਇਹਨੂੰ ਬੁਲਾ ਕੇ ਲਿਆ। ਤਾਜੁਦੀਨ ਕਹਿੰਦਾ ਮੈਂ ਸਲੀਮਾ ਦੇ ਨੇੜੇ ਗਿਆ, ਮੈਂ ਕਿਹਾ ਤੈਨੂੰ ਗੁਰੂ ਨਾਨਕ ਸਾਹਿਬ ਨੇ ਬੁਲਾਇਆ ਹੈ। ਸਲੀਮਾ ਗੁਰੂ ਨਾਨਕ ਦੇਵ ਮਹਾਰਾਜ ਦੇ ਸਨਮੁਖ ਆਈ। ਤੁਹਾਨੂੰ ਪਤਾ ਉਹਨਾਂ ਦੀ ਸ਼ਰ੍ਹਾ ਦੇ ਵਿੱਚ ਨਾ ਜਿਹੜੀ ਬੀਬੀਆਂ ਨੇ ਬੁਰਕਾ ਕਰਦੀਆਂ ਨੇ, ਤੇ ਸਲੀਮਾ ਨੇ ਜਦੋਂ ਆਪਣਾ ਬੁਰਕਾ ਪਰੇ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਦ੍ਰਿਸ਼ਟੀ ਪਈ। ਯਾਦ ਰੱਖਣਾ ਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ, ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰਾਂ ਖੋਵੈ, ਗੁਰ ਨਵ ਨਿ ਦਰਿਆਉ ਜਨਮ ਹਮ ਕਾਲਕ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਨਿ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਉਸ ਸਲੀਮਾ ਦੇ ਸਿਰ ਤੇ ਗੁਰੂ ਨਾਨਕ ਸਾਹਿਬ ਨੇ ਹੱਥ ਰੱਖਿਆ। ਸਮਰੱਥ ਗੁਰੂ ਸਿਰ ਹੱਥ ਧਰਿਓ, ਤੇ ਸਲੀਮਾ ਨੂੰ ਨਾ ਅੱਗੇ ਪਿੱਛੇ ਦੀ ਸਾਰੀ ਸੋਝੀ ਹੋ ਗਈ।
ਆਖੋ ਜੀ ਸਤਨਾਮ। ਮਹਾਰਾਜ ਕਹਿੰਦੇ ਬੇਟੀ ਅੱਜ ਤੈਨੂੰ ਇੱਕ ਬੜੀ ਵੱਡੀ ਦਾਤ ਦਿੱਤੀ ਹੈ, ਪਰ ਇਹਨੂੰ ਪਚਾ ਜਾਈ, ਕਿਉਂਕਿ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੂ। ਤੇ ਮਹਾਰਾਜ ਨਾਲ ਹੀ ਕਹਿੰਦੇ ਬੇਟੀ ਹੁਣ ਤੂੰ ਘਰ ਜਾ, ਤੇਰਾ ਘਰ ਵਾਲਾ ਜਿਹੜਾ ਮਿਸਰ ਗਿਆ ਹੋਇਆ ਸੀ ਨਾ ਉਹ ਵਾਪਸ ਆ ਗਿਆ। ਸਲੀਮਾ ਦੌੜਦੀ ਘਰ ਗਈ, ਪਰ ਜਦ ਤੱਕ ਉਹ ਘਰ ਪਹੁੰਚੀ ਘਰ ਵਾਲਾ ਘਰ ਆ ਚੁੱਕਾ ਸੀ। ਤੇ ਉਹਨੂੰ ਕਿਸੇ ਨੇ ਗਲੀ ਵਿੱਚ ਦੱਸ ਦਿੱਤਾ, ਜਾਜਾ ਗੁਲਾਮ ਤੈਨੂੰ ਪਤਾ ਹੈ ਤੂੰ ਤਾਂ ਵਪਾਰ ਕਰਨ ਮਿਸਰ ਗਿਆ ਹੋਇਆ ਸੀ, ਪਿੱਛੋਂ ਤੇਰੀ ਘਰ ਵਾਲੀ ਜਾ ਕੇ ਕੀਰਤਨ ਸੁਣਦੀ ਸੀ, ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦੀ ਸੀ, ਤੇ ਜਾਜਾ ਗੁਲਾਮ ਬੜਾ ਗੁੱਸੇ ਵਿੱਚ ਹੈ। ਤੇ ਜਿਉਂ ਹੀ ਸਲੀਮਾ ਘਰ ਆਈ ਗੁੱਸੇ ਵਿੱਚ ਆ ਕੇ ਕਹਿੰਦਾ, ਸਲੀਮਾ ਮੈਨੂੰ ਪਤਾ ਲੱਗਿਆ ਤੂੰ ਪਿੱਛੋਂ ਜਾ ਕੇ ਕੀਰਤਨ ਸੁਣਦੀ ਸੀ, ਸੰਗਤ ਕਰਦੀ ਸੀ। ਅਜੇ ਇਤਨੀ ਗੱਲ ਕਹੀ, ਸਲੀਮਾ ਨੂੰ ਵੀ ਤਾਂ ਸਭ ਦਿਸ ਰਿਹਾ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਕਹਿੰਦੀ ਸੰਗਤ ਦੀ ਗੱਲ ਕਰਾਂਗੇ ਬਾਅਦ ਵਿੱਚ, ਸੰਗਤ ਦੀ ਗੱਲ ਕਰਾਂਗੇ ਬਾਅਦ ਵਿੱਚ, ਕੀਰਤਨ ਦੀ ਗੱਲ ਕਰਾਂਗੇ ਬਾਅਦ ਵਿੱਚ, ਪਹਿਲੇ ਤੂੰ ਦੋ ਗੱਲਾਂ ਦਾ ਜਵਾਬ ਦੇ। ਪਹਿਲੀ ਗੱਲ, ਤੂੰ ਮਿਸਰ ਗਿਆ ਸੀ ਵਪਾਰ ਕਰਨ, ਤੂੰ ਮਿਸਰ ਦੀ ਧਰਤੀ ਤੇ ਜਾ ਕੇ ਕਤਲ ਕਰਕੇ ਆਇਆ, ਦੱਸ ਤੈਨੂੰ ਪਤਾ ਹੈ ਤੂੰ ਕਤਲ ਤੋਂ ਕਿਸ ਤਰ੍ਹਾਂ ਬਚਿਆ, ਪਤਾ ਹੈ ਤੈਨੂੰ? ਉਹ ਵਿਚਾਰਾ ਕੰਬ ਗਿਆ ਵੀ ਮੇਰੀ ਘਰਵਾਲੀ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ। ਦੇਖੋ ਨਾ ਅੱਜ ਕੁਛ ਵੀ ਵਾਪਰੇ ਅਸੀਂ ਫੇਸਬੁੱਕ ਵਟਸਐਪ ਤੇ ਸ਼ੇਅਰ ਕਰਦੇ, ਪੂਰੇ ਸੰਸਾਰ ਵਿੱਚ ਪਹੁੰਚ ਜਾਂਦਾ ਹੈ। ਉਹ ਸਮਾਂ ਤਾਂ ਐਸਾ ਸੀ, ਨਾ ਤਾਂ ਕੋਈ ਟਰਾਂਸਪੋਰਟ ਸੀ ਨਾ ਕੋਈ ਮੀਡੀਆ ਸੀ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੀ। ਇੱਥੇ ਤੱਕ ਕਿ ਗੁਰੂ ਸਾਹਿਬ ਵੀ ਜਦੋਂ ਚੋਲਾ ਬਦਲਦੇ ਸਨ, ਸਾਲ 2-2 ਸਾਲਾਂ ਬਾਅਦ ਜਾ ਕੇ ਸੰਗਤ ਨੂੰ ਪਤਾ ਲੱਗਦਾ ਸੀ, ਜਾਂ ਮਸੰਦਾਂ ਰਾਹੀਂ ਖਬਰ ਪਹੁੰਚਦੀ ਸੀ। ਉਹ ਕਹਿੰਦੀ ਤੂੰ ਕਤਲ ਕਰਕੇ ਆਇਆ, ਤੈਨੂੰ ਪਤਾ ਹੈ ਤੂੰ ਕਤਲ ਤੋਂ ਕਿਸ ਤਰ੍ਹਾਂ ਬਚਿਆ? ਦੂਜੀ ਗੱਲ ਕਹਿੰਦੀ ਇੱਕ ਰਾਤ ਮੈਂ ਕੀਰਤਨ ਸੁਣਨ ਗਈ ਸੀ ਸੰਗਤ ਵਿੱਚ, ਤੂੰ ਅੱਧੀ ਰਾਤ ਵੇਲੇ ਚੁੱਪ-ਚੁਪੀਤੇ ਘਰ ਆਇਆ ਸੀ, ਘਰ ਵਿੱਚ ਜਿੰਨਾ ਪੈਸਾ ਪਿਆ ਸੀ, ਸੋਨਾ ਪਿਆ ਸੀ, ਤੂੰ ਵਾਪਸ ਲੈ ਕੇ ਮਿਸਰ ਗਿਆ, ਦੱਸ ਕੀ ਗੱਲ? ਹੁਣ ਉਹ ਜਾਜਾ ਗੁਲਾਮ ਵਿਚਾਰਾ ਕੰਬ ਗਿਆ ਕਿ ਮੇਰੀ ਘਰਵਾਲੀ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਮੈਂ ਕਤਲ ਕਰਕੇ ਆਇਆ, ਮੈਂ ਚੁੱਪ-ਚੁਪੀਤੇ ਘਰ ਆਇਆ ਸੀ, ਘਰੋਂ ਮਾਇਆ ਚੁੱਕ ਕੇ ਲੈ ਗਿਆ। ਅਸਲ ਗੁਰੂ ਨਾਨਕ ਸਾਹਿਬ ਦੀ ਕਲਾ ਵਰਤ ਰਹੀ ਸੀ। ਗੁਰੂ ਨਾਨਕ ਸਾਹਿਬ ਨੇ ਸਲੀਮਾ ਦੇ ਸਿਰ ਤੇ ਹੱਥ ਰੱਖਿਆ ਸੀ। ਹੁਣ ਉਹ ਜਾਜਾ ਗੁਲਾਮ ਸਾਰੀ ਗੱਲ ਦੱਸਦਾ, ਬੜੇ ਧਿਆਨ ਨਾਲ ਸੁਣਨਾ। ਕਹਿੰਦੇ ਜਦੋਂ ਮੈਂ ਆਪਣੇ ਊਂਠਾਂ ਦਾ ਕਾਫਲਾ ਲੈ ਕੇ ਮਿਸਰ ਪਹੁੰਚਿਆ, ਦੇਖੋ ਇਹ ਮੁਸਲਮਾਨ ਵੀਰ ਆਪਣੇ ਨਮਾਜ਼ ਦੇ ਬੜੇ ਪੱਕੇ ਹੁੰਦੇ ਨੇ। ਜਦੋਂ ਉਹਨਾਂ ਦਾ ਟਾਈਮ ਆਉਂਦਾ ਨਮਾਜ਼ ਪੜ੍ਹਨ ਦਾ, ਉਹ ਸਾਰੇ ਕੰਮ ਛੱਡ ਕੇ ਨਮਾਜ਼ ਅਦਾ ਕਰਦੇ ਨੇ। ਤੇ ਅਸੀਂ ਕਈ ਵਾਰ ਅਣਗਹਿਲੀ ਕਰ ਲੈਂਦੇ ਹਾਂ, ਚਲੋ ਕੋਈ ਨਾ ਦੁਪਹਿਰੇ ਪਾਠ ਕਰ ਲਵਾਂਗੇ, ਦੁਪਹਿਰੇ ਨਹੀਂ ਸ਼ਾਮੀ ਕਰ ਲਵਾਂਗੇ, ਪਰ ਉਹ ਬੜੇ ਨਮਾਜ਼ ਦੇ ਪੱਕੇ ਨੇ। ਉਹ ਕਹਿੰਦੇ ਮੈਂ ਨਮਾਜ਼ ਅਦਾ ਕਰਨ ਲੱਗਾ ਤੇ ਮੇਰਾ ਜਿਹੜਾ ਊਂਠ ਹੈ, ਮੇਰੇ ਜਿਹੜੇ ਊਂਠ ਸਨ ਉਹ ਕਿਸੇ ਦੇ ਬਾਗ ਵਿੱਚ ਚਲੇ ਗਏ। ਹੁਣ ਮੈਂ ਇੱਥੇ ਰੁਕਣ ਲੱਗਾ। ਆਪ ਜੀ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਬਾਣੀ ਹੈ ਜਿੰਦਾ ਸਰਲੇਖ ਹੈ ਕਰਹਲਾ। ਕੀ ਹੈ ਜੀ? ਕਰਹਲਾ। ਕਿਸੇ ਨੂੰ ਪਤਾ ਵੀ ਕਰਹਲਾ ਕਿਹਨੂੰ ਕਹਿੰਦੇ ਨੇ? ਹਾਂਜੀ, ਊਂਠ ਦੇ ਬੱਚੇ ਨੂੰ ਕਰਹਲ ਕਹਿੰਦੇ ਨੇ, ਊਂਠ ਦੇ ਬੱਚੇ ਨੂੰ ਕਲਹਲਾ ਕਹਿੰਦੇ ਨੇ। ਇੱਥੇ ਮਹਾਰਾਜ ਨੇ ਮਨ ਦੀ ਤਸ਼ਬੀਹ ਨਾ, ਮਨ ਦੀ ਤਸ਼ਬੀਹ ਊਂਠ ਦੇ ਬੱਚੇ ਨਾਲ ਦਿੱਤੀ ਹੈ, ਕਿਉਂਕਿ ਮਨ ਦੇ ਲਈ ਕੀ ਕਿਹਾ ਮਹਾਰਾਜ ਨੇ? ਇਹ ਮਨ ਚੰਚਲਾ। ਮਨ ਕੀ ਹੈ? ਚੰਚਲ, ਚੱਲੀ ਜਾਂਦਾ, ਟਿਕਦਾ ਹੀ ਨਹੀਂ। ਸਾਈਕੋਲੋਜੀ ਕਹਿੰਦੀ ਹੈ ਵੀ 6 ਸੈਕਿੰਡ ਬਾਅਦ ਜਿਹੜਾ ਮਨ ਹੈ ਨਾ ਉਹ ਉਡਾਰੀ ਮਾਰਦਾ ਹੈ। ਕਿੰਨੇ ਸੈਕਿੰਡ ਬਾਅਦ? 6 ਸੈਕਿੰਡ ਬਾਅਦ। ਕੌਣ ਕਹਿੰਦਾ? ਸਾਈਕੋਲੋਜੀ ਕਹਿੰਦੀ 6 ਸੈਕਿੰਡ ਬਾਅਦ ਮਨ ਉਡਾਰੀ ਮਾਰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਅੰਧਲਾ
ਨੀਚ ਜਾਤ ਪਰਦੇਸੀ। ਇਹਦਾ ਵਿਸ਼ਰਾਮ ਦੇਖੋ, ਅਸੀਂ ਗਲਤ ਵਿਸ਼ਰਾਮ ਲਾਉਂਦੇ, ਔਂਦਲਾ ਨੀਚ ਜਾਤ ਪਰਦੇਸੀ। ਬਿਲਕੁਲ ਨਹੀਂ, ਔਂਦਲਾ ਨੀਚ ਜਾਤ ਪਰਦੇਸੀ। ਤੇ ਮਹਾਰਾਜ ਕੀ, ਖਿਨ ਆਵੈ ਤਿਲ ਜਾਵੈ। ਖਿਨ ਉਹ ਸਮਾਂ ਹੈ ਜਿੰਨੀ ਦੇਰ ਵਿੱਚ ਅੱਖ ਨੂੰ ਬੰਦ ਕਰਕੇ ਖੋਲ੍ਹਦੇ ਹਾਂ, ਮਹਾਰਾਜ ਕਹਿੰਦੇ ਮਨ ਉਡਾਰੀ ਮਾਰ ਜਾਂਦਾ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ, ਕਹਿੰਦਾ ਚੱਲ ਦਲ ਪੱਤਰ। ਚੱਲ ਦਲ ਕਿਹਨੂੰ ਕਹਿੰਦੇ ਨੇ? ਪਿੱਪਲ ਨੂੰ। ਚੱਲ ਦਲ ਪੱਤਰ, ਪਿੱਪਲ ਦੇ ਪੇੜ ਦੇ ਪੱਤੇ ਵੇਖੋ ਤੁਸੀਂ, ਹਮੇਸ਼ਾ ਹਿੱਲੀ ਜਾਣਗੇ। ਪਤਾਕ ਪੱਟ, ਪਤਾਕ ਕਹਿੰਦੇ ਝੰਡੇ ਨੂੰ, ਪੱਟ ਕਹਿੰਦੇ ਕੱਪੜੇ ਨੂੰ। ਝੰਡੇ ਦਾ ਕੱਪੜਾ ਜਾਂ ਆਪ ਜੀ ਦੇਖਦੇ ਹੋ ਨਿਸ਼ਾਨ ਸਾਹਿਬ ਦਾ ਜਿਹੜਾ ਉੱਪਰਲਾ ਫਰਰਾ ਹੁੰਦਾ ਝੁੱਲੀ ਜਾਂਦਾ। ਦਾਮਨੀ, ਅਸਮਾਨ ਦੀ ਬਿਜਲੀ ਟਿਕਦੀ ਨਹੀਂ। ਕੱਛਪ ਮਾਦ, ਕੱਛੂ ਕੁੰਬੇ ਦੀ ਸਿਰੀ ਵੇਖੋ, ਉਹ ਹਿੱਲੀ ਜਾਏਗੀ ਹਿੱਲੀ ਜਾਏਗੀ। ਭੂਤ ਦੀਪ, ਭੂਤਾਂ ਦੀ ਅੱਗ। ਭਾਵੇਂ ਗੁਰਮਤ ਨਹੀਂ ਮੰਨਦੀ, ਪਰ ਜਿਹੜੇ ਲੋਕ ਵਹਿਮ ਭਰਮ ਕਰਦੇ ਨੇ ਵੀ ਸਾਡੇ ਘਰਾਂ ਵਿੱਚ ਭੂਤਾਂ ਦੀ ਅੱਗ ਹੈ, ਉਹ ਕਹਿੰਦੇ ਵੀ ਉਹ ਟਿਕਦੀ ਨਹੀਂ ਇੱਕ ਥਾਂ 'ਤੇ। ਇੱਕ ਕੋਨੇ ਵਿੱਚ ਉਸੇ ਵੇਲੇ ਦੂਜੇ ਕੋਨੇ, ਉਸੇ ਵੇਲੇ ਤੀਜੇ ਕੋਨੇ ਵਿੱਚ ਪ੍ਰਗਟ ਹੋ ਜਾਂਦੀ ਹੈ। ਦੀਪਕ ਸ਼ਿਲਖਾ ਦੀਵੇ ਦੀ ਲਾਟ, ਜਿਸ ਤਰ੍ਹਾਂ 6 ਚੀਜ਼ਾਂ ਕਦੀ ਨਹੀਂ ਟਿੱਕੀਆਂ। ਜੋ ਮਨ ਬ੍ਰਿਤੀ ਅਨਾਥ, ਚੱਲ ਦਲ ਪੱਤਰ ਪਤਾਕ ਪਟ, ਦਾਮਨੀ ਕਛਪ ਮਾਦ, ਭੂਤ ਦੀਪ ਦੀਪਕ ਸ਼ਿਲਖਾ, ਜੋ ਮਨ ਬ੍ਰਿਤੀ ਅਨਾਥ। ਸਾਡੇ ਮਨ ਦੀ ਵੀ ਉਹ ਹਾਲਤ ਹੈ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਕਿਉਂਕਿ ਭਾਈ ਸਾਹਿਬ ਨੇ ਇਹ ਵਿਸ਼ਾ ਵੀ ਦਿੱਤਾ ਸੀ, ਮਨ ਕਿਉਂ ਨਹੀਂ ਟਿਕਦਾ, ਮਨ ਨੂੰ ਕਿਸ ਤਰ੍ਹਾਂ ਟਿਕਾਈਏ। ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਇਸ ਦਿੱਲੀ ਦੀ ਧਰਤੀ 'ਤੇ ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਈਸ਼ ਦਲੀਸ਼ ਔਰੰਗਜ਼ੇਬ ਦੇ ਸਿਰ 'ਤੇ ਭੰਨਣ ਲਈ ਤੁਰੇ ਨਾ, ਪੜ੍ਹਦੇ ਠੀਕਰ ਫੋਰ ਦਲੀਸ਼ ਸਿਰ ਪ੍ਰਪੁਰ ਕੀਆ ਪਿਆਨ। ਤੇ ਸੰਗਤ ਨੇ ਕਿਹਾ ਮਹਾਰਾਜ ਆਪ ਜੀ ਦਿੱਲੀ ਚੱਲਿਓ, ਸਰੀਰ ਦਾ ਠੀਕਰਾ ਔਰੰਗਜ਼ੇਬ ਦੇ ਸਿਰ 'ਤੇ ਭੰਨਣ। ਮਹਾਰਾਜ ਸਰੀਰ ਕਰਕੇ ਆਖਰੀ ਮਿਲਾਪ ਹੈ, ਕਿਸੇ ਉਪਦੇਸ਼ ਦੀ ਬਖਸ਼ਿਸ਼ ਕਰੋ। ਤੇ ਮਹਾਰਾਜ ਨੇ ਪਤਾ ਕੀ ਉਪਦੇਸ਼ ਦਿੱਤਾ ਉਸ ਵੇਲੇ? ਮਹਾਰਾਜ ਕਹਿੰਦੇ ਜਿਸ ਤਰ੍ਹਾਂ ਪਾਣੀ ਨਿਵਾਨ ਵੱਲ ਆਪੇ ਜਾਂਦਾ ਤੇ ਮਨ ਭੈੜੇ ਪਾਸੇ ਆਪ ਹੀ ਦੌੜਦਾ। ਦੱਸੋ ਅੱਜ ਤੱਕ ਕਿਸੇ ਨੇ ਗਾਲਾਂ ਕੱਢਣ ਦੀ ਟਿਊਸ਼ਨ ਰੱਖੀ ਹੈ? ਨਹੀਂ ਰੱਖੀ ਨਾ। ਜਿਸ ਤਰ੍ਹਾਂ ਪਾਣੀ ਨਿਵਾਨ ਵੱਲ ਆਪੇ ਜਾਂਦਾ, ਮਨ ਭੈੜੇ ਪਾਸੇ ਆਪ ਹੀ ਦੌੜਦਾ ਹੈ। ਤੇ ਉਸੇ ਪਾਣੀ ਨੂੰ ਉਚਾਈ 'ਤੇ ਲੈ ਕੇ ਜਾਣਾ ਇੱਕ ਪ੍ਰੈਸ਼ਰ ਦੀ ਲੋੜ ਹੈ। ਮਹਾਰਾਜ ਕਹਿੰਦੇ ਗੁਰੂ ਕਾ ਸ਼ਬਦ ਹੈ ਜਿਹੜਾ ਦੌੜਦੇ ਮਨ ਨੂੰ ਟਿਕਾ ਸਕਦਾ ਹੈ। ਮਹਾਰਾਜ ਨੇ ਜਿਹੜੇ ਬਚਨ ਕਹੇ ਨਾ, ਚਾਂਦ ਭੱਟ ਨੇ ਕਲਮ ਬੰਦ ਕੀਤੇ, ਚਿੱਤ ਚਰਨ ਕਵਲ ਕਾ ਆਸਰਾ, ਚਿੱਤ ਚਰਨ ਕਵਲ ਸੰਗ ਜੋੜੀਐ, ਮਨ ਲੋਚੈ ਬੁਰੀਆਈਆਂ, ਗੁਰ ਸ਼ਬਦੀ ਏ ਮਨ ਹੋੜੀਐ, ਬਾਹਾਂ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹਾਂ ਨਾ ਛੋਡੀਐ, ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋਡੀਐ। ਗੱਲ ਨੂੰ ਬੜੇ ਧਿਆਨ ਨਾਲ ਸੁਣਨਾ। ਹੁਣ ਵਿਸ਼ਾ ਬੜਾ ਡੂੰਘਾ ਹੈ ਮਨ ਦਾ। ਮਨ ਦੇ ਹੀ ਰੂਪ ਨੇ ਨਾ, ਮੰਮਾ ਮਨ ਸਿਓ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸੋ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਇਹ ਮਨ ਸ਼ਕਤੀ ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ ਮਨ ਲੈ ਜੋ ਨ ਮਨ ਰਹਿ ਤੋ ਤੀਨ ਲੋਕ ਕੀ ਬਾतें ਕਹੇ। ਜਿਸ ਤਰ੍ਹਾਂ ਪਾਣੀ ਦਾ ਕੋਈ ਆਕਾਰ ਨਹੀਂ, ਪਾਣੀ ਨੂੰ ਜੱਗ ਵਿੱਚ ਪਾਓਗੇ ਉਹ ਜੱਗ ਦਾ ਰੂਪ ਧਾਰਨ ਕਰੇਗਾ, ਡੱਬੇ ਵਿੱਚ ਪਾਓਗੇ ਡੱਬੇ ਦਾ ਰੂਪ, ਬਾਲਟੀ ਵਿੱਚ ਪਾਓਗੇ ਬਾਲਟੀ ਦਾ, ਪਾਈਪ ਵਿੱਚ ਪਾਓਗੇ ਪਾਈਪ ਦਾ। ਇਹ ਤਾਂ ਕਾਮ ਦਾ ਸੰਕਲਪ ਲਵੇ ਕਾਮੀ ਹੈ, ਕ੍ਰੋਧ ਦਾ ਸੰਕਲਪ ਲਵੇ ਕ੍ਰੋਧੀ ਹੈ, ਮੋਹ ਦਾ ਸੰਕਲਪ ਲਵੇ ਮੋਹੀ ਹੈ, ਲੋਭ ਦਾ ਸੰਕਲਪ ਲਵੇ ਲੋਭੀ ਹੈ, ਅਹੰਕਾਰ ਦਾ ਸੰਕਲਪ ਲਵੇ ਅਹੰਕਾਰੀ ਹੈ। ਤੇ ਜੇ ਕਿਤੇ ਕਿਰਪਾ ਹੋ ਜਾਏ ਇਹੀ ਗੁਰੂ ਦਾ ਸੰਕਲਪ ਲੈ ਲੈ, ਗੁਰਮੁਖ ਬਣ ਜਾਏਗਾ। ਇਹ ਮਨ ਲੈ ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾतें ਕਹੇ। ਮੈਂ ਸੰਖੇਪ ਵਿੱਚ 5 ਮਿੰਟ ਹੀ ਨੁਕਤਾ ਕਹਿ ਕੇ ਅੱਗੇ ਤੁਰਾਂਗਾ। ਮਨ ਨਾ ਟਿਕਣ ਦੇ ਕਾਰਨ ਕੀ ਨੇ? ਸਭ ਤੋਂ ਪਹਿਲਾ ਕਾਰਨ ਹੈ ਮਨ ਦੀ ਮੈਲ। ਤੁਸੀਂ ਤਜਰਬਾ ਕਰਨਾ, ਜਿਹੜਾ ਸੁਨਿਆਰ ਹੈ ਨਾ, ਉਹ ਜਦੋਂ ਸੋਨੇ ਨੂੰ ਢਾਲਦਾ ਹੈ, ਸੋਨੇ ਨੂੰ ਗਾਲਦਾ ਹੈ, ਜਦੋਂ ਸੋਨੇ ਨੂੰ ਗਾਲਿਆ ਜਾਂਦਾ, ਜੇ ਸੋਨੇ ਵਿੱਚ ਇੰਪਿਓਰਿਟੀ ਹੋਵੇ, ਮਿਲਾਵਟ ਹੋਵੇ, ਮੈਲ ਹੋਵੇ, ਤੇ ਕੋਠਾਲੀ ਵਿੱਚ ਇਸ ਤਰ੍ਹਾਂ ਦੌੜਦਾ ਹੈ ਜਿਸ ਤਰ੍ਹਾਂ ਕਮਲਾ ਹੋ ਗਿਆ ਹੋਵੇ।
ਪਰ ਉਹੀ ਸੁਨਿਆਰ ਵਿੱਚੋਂ ਤੋਂ ਇੰਪਿਓਰਿਟੀ ਨੂੰ ਬਾਹਰ ਕਰਦਾ ਹੈ, ਮੈਲ ਨੂੰ ਬਾਹਰ ਕਰਦਾ ਹੈ। ਜੇ ਸੋਨਾ ਟਿਕ ਜਾਂਦਾ ਹੈ, ਉਹ ਟਿਕਿਆ ਹੋਇਆ ਸੋਨਾ 12 ਵੰਨੀ ਦਾ ਹੈ, 24 ਕੈਰਟ ਦਾ ਹੈ। ਮਨ ਦੀ ਵੀ ਉਹ ਹਾਲਤ ਹੈ। ਜੋ ਕਣਕੋ ਕੋਠਾਰੀ ਚੜਿਓ, ਕਣਕ ਕਹਿੰਦੇ ਸੋਨੇ ਨੂੰ, ਕਵਰੋ ਹੋਤ ਪਿਰੋ, ਕਮਲਾ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ ਹੈ। ਜਬ ਤੇ ਸ਼ੁੱਧ ਪਏ ਹੈ 12, ਤਬ ਤੇ ਥਾਨ ਥਿਰੋ ਟਿਕ ਜਾਂਦਾ ਹੈ। ਇਹ ਮਨ ਦੀ ਮੈਲ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸ਼ਾ। ਇਹ ਮਨ ਦੀ ਮੈਲ ਦੌੜਾਉਂਦੀ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਕਹਿੰਦੇ, ਪਵਨ ਗਵਨ ਜੈਸੇ ਗੁੱਡੀਆ ਉਡਤ ਹੈ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਹਵਾ ਚੱਲਦੀ ਹੈ ਤੇ ਗੁੱਡੀ ਉੱਡਦੀ ਹੈ, ਪਤੰਗ ਉੱਡਦੀ ਹੈ। ਇਹ ਮਨ ਜਦੋਂ ਮੈਲ ਹੁੰਦੀ ਹੈ ਨਾ, ਮਨ ਦੌੜਦਾ ਦੌੜਦਾ ਦੌੜਦਾ। ਪਰ ਮਨ ਨੂੰ ਟਿਕਾਉਣ ਦਾ ਇੱਕੋ ਸਾਧਨ ਹੈ, ਗੁਰੂ ਕਾ ਸ਼ਬਦ। ਇੱਕ 2 ਮਿੰਟ ਦਾ ਦ੍ਰਿਸ਼ਟਾਂਤ ਦੇ ਕੇ ਮੈਂ ਅੱਗੇ ਤੁਰਾਂ। ਕਹਿੰਦੇ ਇੱਕ ਮੰਡੀ ਦੇ ਵਿੱਚ ਇੱਕ ਬੰਦਾ ਨਾ ਜਿੰਨ ਵੇਚ ਰਿਹਾ ਸੀ, ਤੇ ਉੱਚੀ ਉੱਚੀ ਆਵਾਜ਼ ਮਾਰ ਕੇ ਕਹਿੰਦਾ, ਜਿੰਨ ਲੈ ਲਓ, ਜਿੰਨ ਲੈ ਲਓ, ਇਹਨੂੰ ਜਿਹੜਾ ਕੰਮ ਕਹੋਗੇ ਇੱਕ ਪਲ ਵਿੱਚ ਕਰ ਦੇਗਾ। ਇੱਕ ਬੰਦੇ ਨੇ ਸੋਚਿਆ, ਮੇਰਾ ਬੜਾ ਕਾਰੋਬਾਰ ਹੈ, ਬੜਾ ਕਾਰੋਬਾਰ ਫੈਲਿਆ, ਮੈਂ ਜਿੰਨ ਖਰੀਦ ਲਵਾਂ। ਉਹ ਜਦੋਂ ਜਿੰਨ ਖਰੀਦਣ ਗਿਆ, ਕਹਿੰਦੇ ਵੀ ਜਿੰਨ ਦੀ ਕੀ ਖਾਸੀਅਤ ਹੈ? ਕਹਿੰਦੇ ਨੇ ਜਿਹੜਾ ਕੰਮ ਕਹੋਗੇ ਨਾ, ਜਿਹੜਾ ਕੰਮ, ਉਹ ਇੱਕ ਪਲ ਵਿੱਚ ਕਰ ਆਏਗਾ। ਕਹਿੰਦੇ ਫਿਰ ਤਾਂ ਕਮਾਲ ਦੀ ਗੱਲ। ਉਹਨੇ ਪੈਸੇ ਕੱਢੇ, ਜਿੰਨ ਖਰੀਦ ਲਿਆ। ਤੇ ਜਦੋਂ ਖਰੀਦ ਲਿਆ ਤੇ ਜਿੰਨ ਵੇਚਣ ਵਾਲਾ ਕਹਿੰਦਾ ਵੀ ਇਹਦੇ ਵਿੱਚ ਕਮੀ ਵੀ ਹੈ। ਕਹਿੰਦੇ ਕਮੀ ਕੀ ਹੈ? ਕਹਿੰਦੇ ਜੀ ਵਿਹਲਾ ਨਹੀਂ ਬਹਿ ਸਕਦਾ, ਜੇ ਵਿਹਲਾ ਬੈਠਿਆ ਤੇ ਮਾਲਕ ਦੀ ਜਾਨ ਖਾਏਗਾ। ਤੇ ਬੰਦੇ ਨੇ ਸੋਚਿਆ, ਕਹਿੰਦਾ ਗੱਲ ਹੀ ਕੋਈ ਨਹੀਂ, ਮੇਰੇ ਕੋਲ ਤਾਂ ਕਾਰੋਬਾਰ ਹੀ ਬੜਾ, ਮੈਂ ਵਿਹਲਾ ਬਹਿਣ ਹੀ ਨਹੀਂ ਦੇਣਾ। ਹੁਣ ਜਿੰਨ ਖਰੀਦ ਕੇ ਲਿਆਇਆ, ਲੈ ਕੇ ਆਇਆ, ਤਾਂ ਕਹਿੰਦਾ ਹੁਕਮ ਮੇਰੇ ਆਕਾ। ਕਹਿੰਦੇ ਕੰਮ ਕਰਕੇ ਆ। ਹੁਣ ਜਿਸ ਕੰਮ ਨੂੰ ਘੰਟਿਆਂ ਬੱਧੀ ਸਮਾਂ ਲੱਗਦਾ ਸੀ, ਉਹ ਤਾਂ ਇੱਕ ਪਲ ਵਿੱਚ ਕਰਕੇ ਆ ਜੇ। ਉਡਾਰੀ ਮਾਰਿਆ, ਗਿਆ ਆਇਆ, ਗਿਆ ਆਇਆ। ਹੁਣ ਅਕਸਰ ਕੰਮ ਦੀ ਵੀ ਸੀਮਾ ਹੈ, ਕਿੰਨੇ ਕੁ ਕੰਮ ਦੱਸੇ। ਅਖੀਰ ਵਿਚਾਰਾ ਮਾਲਕ ਦੁਖੀ ਹੋ ਗਿਆ, ਜਾਨ ਖਾ ਗਿਆ। ਜਿਨ ਬਾਰ ਬਾਰ ਕਵੇ ਹੁਕਮ ਮੇਰੇ ਆਕਾ, ਹੁਕਮ ਮੇਰੇ ਆਕਾ। ਵਿਚਾਰਾ ਸੋਚੀ ਪੈ ਗਿਆ। ਕੋਈ ਸਾਧੂ ਲੰਘ ਰਿਹਾ ਸੀ। ਸਾਧੂ ਕਹਿੰਦੇ, ਬੇਟਾ ਕੀ ਗੱਲ ਬੜਾ ਉਦਾਸ ਬੈਠਾ? ਉਹਨੇ ਸਾਰੀ ਗੱਲ ਦੱਸੀ। ਕਹਿੰਦੇ ਕੋਈ ਦਿੱਕਤ ਹੀ ਨਹੀਂ, ਆ ਮੈਂ ਤੇਰੀ ਸਮੱਸਿਆ ਦੂਰ ਕਰਾਂ। ਕਹਿੰਦੇ ਇੱਕ ਬਾਂਸ ਲੈ ਲੈ, ਬਾਂਸ ਨੂੰ ਧਰਤੀ 'ਤੇ ਗੱਡ ਦੇ, ਤੇ ਚੁੱਪ ਕਰਕੇ ਜਿਹਨੂੰ ਕਹਿ ਵੀ ਚੜੀ ਜਾ ਉਤਰੀ ਜਾ, ਚੜੀ ਜਾ ਉਤਰੀ ਜਾ, ਬਸ। ਤੇ ਜਦੋਂ ਤੈਨੂੰ ਕੋਈ ਕੰਮ ਹੋਵੇ, ਇਹਨੂੰ ਬਾਂਸ ਤੋਂ ਉਤਾਰ ਕੇ ਕੰਮ ਭੇਜਦੀ। ਤੇ ਜਦੋਂ ਕੰਮ ਕਰਕੇ ਆਵੇ, ਜੇ ਕੋਈ ਕੰਮ ਹੋਰ ਨਾ ਹੋਵੇ, ਇਹਨੂੰ ਕਹ ਚੁੱਪ ਕਰਕੇ ਚੜੀ ਜਾ ਤੇ ਉਤਰੀ ਜਾ, ਚੜੀ ਜਾ ਤੇ ਉਤਰੀ ਜਾ। ਇਹ ਸਾਡਾ ਮਨ ਵੀ ਜਿੰਨ ਹੈ। ਇਹ ਬੜਾ ਦੁਣਾਉਂਦਾ ਹੈ ਬੰਦੇ ਨੂੰ, ਬੜਾ ਤੰਗ ਕਰਦਾ। ਕੰਮ ਹੀ ਇਹਦੇ ਤੋਂ ਲੈਣਾ। ਕਿਉਂ? ਯਾਦ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦਾ ਐਸਾ ਕੋਈ ਅੰਗ ਨਹੀਂ ਜਿਹਦੇ 'ਤੇ ਮਨ ਸ਼ਬਦ ਦੀ ਵਰਤੋਂ ਨਾ ਕੀਤੀ ਗਈ ਹੋਵੇ। ਕਿਉਂਕਿ ਪਰਮਾਰਥ ਤਨ ਦਾ ਵਿਸ਼ਾ ਨਹੀਂ, ਮਨ ਦਾ ਵਿਸ਼ਾ ਹੈ। ਤਨ ਵੀ ਤਾਂ ਰੱਬ ਸਾਰਿਆਂ ਦੇ ਹੈ, ਤਾਂ ਹੀ ਤਨ ਤੁਰਿਆ ਫਿਰਦਾ ਨਾ। ਪਰਮਾਰਥ ਹੈ ਮਨ ਦਾ ਵਿਸ਼ਾ। ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਹੇ ਮਨ। ਤਨ ਨਹੀਂ ਕਿਹਾ, ਮਨ ਕਿਹਾ। ਪਰਮਾਰਥ ਕੀ ਹੈ? ਰੱਬ ਮਨ ਵਿੱਚ ਆਵੇ, ਮਨ ਦਾ ਵਿਸ਼ਾ ਹੈ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਸੁਨ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ, ਇਹ ਮਨ ਨਾਲ ਕਾਜ ਹੈ। ਬਸ ਕਹਿੰਦੇ ਇਹਨੂੰ ਚੜਾਈ ਜਾ ਬਾਂਸ ਤੇ ਤਾਰੀ ਜਾ, ਤੇ ਜਦੋਂ ਕੋਈ ਕੰਮ ਹੋਵੇ ਕੰਮ ਭੇਜ ਦਿਆ ਕਰ। ਇਹ ਮਨ ਵੀ ਜਿੰਨ ਹੈ, ਇਹਦੇ ਤੋਂ ਸਾਰੇ ਕੰਮ ਕਰਾਉਣੇ ਨੇ। ਜਦੋਂ ਵਿਹਲਾ ਬੈਠਾ ਹੋਵੇ ਨਾ, ਇਹਨੂੰ ਗੁਰੂ ਸ਼ਬਦ ਦੇ ਬਾਂਸ ਤੇ ਚੜਾਓ, ਉਤਾਰੀ ਜਾਓ, ਚੜਾਈ ਜਾਓ ਤੇ ਤਾਰੀ ਜਾਓ। ਤੇ ਕਿਵੇਂ ਚੜਨਾ ਤੇ ਉਤਰਨਾ ਹੈ? ਵਾਹਿਗੁਰੂ 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 ਵਾਹਿਗੁਰੂ। ਮਨ ਦੀ ਮੈਲ ਮਨ ਨੂੰ ਨਹੀਂ ਟਿਕਣ ਦਿੰਦੀ। ਪਰ ਜਦੋਂ ਅਸੀਂ ਸੰਗਤ ਵਿੱਚ ਆਵਾਂਗੇ, ਗੁਣ ਗਾਵਤ ਤੇਰੀ ਉਤਰਸ ਮੈਲ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਕੇ। ਮੂਤ ਪਲੀਤੀ ਕੱਪੜ ਹੋਏ, ਤੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮੈ ਕੇ ਰੰਗ। ਸੰਗਤ ਵਿੱਚ ਆ ਕੇ ਇਹ ਮਨ ਦੀ ਮੈਲ ਦੂਰ ਹੋਏਗੀ, ਤੇ ਉਹ ਮਨ ਦੀ ਮੈਲ ਮਨ ਨੂੰ ਦੌੜਾਉਂਦੀ ਹੈ, ਤੇ ਉਹ ਫਿਰ ਮਨ
टिक जाएगा। हुण मैं जिहड़ी बेनती कर रहा सी, जो कणको कोठारी चढ़ियो कबरो होत फिरो, जब ते शुद्ध पे है 12 तब ते थान थिरो। टिक जाता है मन, जिस तरह सोने विचों महल बाहर आ जाए, वो 12 वन्नी दा 24 कैरेट दा मन टिक गया। हुण उत्थे जिहड़ी गल कर रहे सी मन दी, उत्थे करहला, जिस तरह ऊँट का बच्चा बड़ा चंचल होंदा है, मन की तशबीह भी ऊँट के बच्चे नाल दित्ती। हुण जाजा गुलाम फिर मैसाखी वाल आ गया। जाजा गुलाम कहता मैं नमाज पढ़ रहा सी ते मेरे जिहड़े ऊँट ने, ऊँट चंचल ने, उन्हां किसी दे बाग विच चले गए ते बाग दे विच उजाड़ा पा दिता। बाग दा माली आया, उन्हें पत्थर चुकिया, एक ऊँट दे मूँह ते मारिया। बुक विच लिखिया है कि जिहड़ा मेरा सब तो पुराना ऊँट, सब तो बजुर्ग ऊँट कुतबा, जिहड़ा मैनूं बड़ा प्यारा सी। देखो ना, असीं घरां विच जानवर रखदे, किन्ना मोह पै जांदा, किन्ना प्यार पै जांदा। लोकी पलंगां दे नाल सवाउंदे ने कुत्तिआं नूं। विदेशां विच जाओ, मैं किसी दे घर गया, प्रशादा सी, वो ज्यों अपने कुत्ते की सिफतां शुरू कीतियां, कहंदे जी इन्ने दा खरीदिया, इन्ने डॉलर का खरीदिया, खवाउंदे। मैं कहा भाई साहब थोड़ा जिहा बच्चों बारे भी दस दो ना अपने। मतलब मोह पै जाता है जानवर दे नाल, प्यार पै जाता है। जे कोई उत्थे जानवर भी चढ़ाई कर जाता है, उनके निमित्त भी वो अखंड पाठ साहब करवाउंदे ने, सहज पाठ कराउंदे ने, भावना है। चलो वो भी जीव है, उनका कल्याण होवे, महाराज बख्शिश करन। वो कहते मैनू इन्ना मोह सी इस मेरे ऊँट दे नाल, सब तो बजुर्ग ऊँट कुतबा, जदों दे मूँह ते पत्थर पिया ना, वो बेचारा मर गया। मरिया, मैनू बड़ा गुस्सा चढ़िया। कहते उही पत्थर जिहड़ा ऊँट दे मूँह ते वज्जिया सी, मैं चुक के ना बाग दे माली दे मूँह ते मारिया। बाग दे माली दे मूँह ते पत्थर पिया ना, वो भी मर गया। हुण जदों मरिया तो सारा मिस्र इकट्ठा हो गया। सारा मिस्र इकट्ठा होया, अखीर कचहरी लग गई तो कचहरी ने कोई फैसला सुनाया कि खून का बदला खून है। तू साडा बंदा मार दिता, असी तैनू फांसी चढ़ा देंगे, असी तैनू फांसी चढ़ा देंगे। कहते बड़े तरले कड्डे, बड़े तरले कड्डे, बड़े तरले कड्डे। कहते पहले मेरा ऊँट मारिया सी तां मैनू गुस्सा चढ़िया, तां मैं पत्थर मारिया, तो कहते मेरी भावना नहीं सी इनू मारन दी, मर गया, हुण मैं की करा। कहते जो मैं तरले कड्डी गया ना, तरले कड्डी गया, कहते हाँ चल एक शर्त तैनू छड्ड देंगे, जे तू 5000 सोने दियां मोहरां जुर्माना भर दे, परिवार नूं दे दे जिन्हां दा जी पूरा होया है, असीं तैनू छड्ड देंगे। जाजा गुलाम कहंदा मेरे मन विच आया कि जान है तो जहान है। जे मेरा शरीर ही ना रहा तो मैं पैसे नूं की करना है। मैं कहा जी मैं 5000 सोने दिया मोहरा जुर्माना भर देंगा, पर मैनू 1 महीने का समा दिओ। क्यों? क्योंकि मैं अज तो मिस्र पहुँचिया, अजे मैं व्यापार भी शुरू नहीं किया सी, तो मैनू मिस्र विच जाण दा भी कोई नहीं, मैं तो पहली बार व्यापार करन आया। मैनू 1 महीने का समा दिओ, मैं मिस्र तो बगदाद जावांगा, बगदाद तो वापस आके 1 महीने दे विच विच तुहानू 5000 सोने दियां मोहरां दे देंगा, 5000 सोने दियां मोहरां दे देंगा। तो वो मिस्र वासी कहंदे असीं तां तैनू जाणदे नहीं, जे तू परत के ना आया फिर? कहंदे हाँ एक शर्त ते छड्ड सकदे हां, जे कोई तेरी जामनी भर दवे, कोई तेरी थां ते खड़ा हो जाए, असीं तैनू छड्ड देंगे। कहंदे सलीमा मैं की दसां, मैं सोची पै गया कि इस मिस्र की धरती ते मैनू कोई नहीं जानदा, अज मेरा जामन कौन बनेगा, कौन मेरी थां ते खड़ा होएगा। कहंदे मैं सोच रहा, किसी ने आके ना पिछों दी मेरे मोढे ते हत्थ रखिया। कहंदे जदों मैं पिछे घूम के वेखिया तो की वेखदा, एक बजुर्ग ले चिट्टे बस्तर, चिट्टा दाड़ा, चिट्टा दस्तारा, चेहरे ते बड़ा नूर है। तो कहते बेटा मैं तेरा जामन हाँ, मैं तेरी थां ते खड़ा हाँ, जा जाके पैसा लैके आ। कहते वो बजुर्ग ना मेरी थां ते खड़ा हो गया। कहते मैं तुर पिया। कहते उनके हत्थ विच पता नहीं की कला सी,
ਜੋ ਮੇਰੇ ਮੋਢੇ ਤੇ ਹੱਥ ਰੱਖਿਆ ਮੇਰਾ ਮਨ ਬੇਈਮਾਨ ਨਹੀਂ ਹੋਇਆ, ਨਹੀਂ ਤਾਂ ਮੈਂ ਭਾਵੇਂ ਪਰਤ ਕੇ ਨਾ ਹੀ ਆਉਂਦਾ। ਮੈਨੂੰ ਕਿਹੜਾ ਕੋਈ ਜਾਣਦਾ ਸੀ ਮਿਸਰ ਵਿੱਚ। ਕਹਿੰਦੇ ਮੈਂ ਬਗਦਾਦ ਆਇਆ, ਸਾਰੇ ਪੈਸੇ ਇਕੱਠੇ ਕੀਤੇ। ਜਦੋਂ 5000 ਸੋਨੇ ਦੀਆਂ ਮੋਹਰਾਂ ਇਕੱਤਰ ਹੋ ਗਈਆਂ ਨਾ, ਮੈਂ ਵਾਪਸ ਮਿਸਰ ਪਹੁੰਚ ਗਿਆ। ਕਹਿੰਦੇ ਅੱਜ ਅਖੀਰਲਾ ਦਿਨ ਸੀ, ਸ਼ਾਮ ਪੈ ਚੁੱਕੀ ਸੀ। ਮੈਂ ਦਰਵਾਜ਼ੇ ਤੇ ਪਹੁੰਚ ਗਿਆ। ਉਸੇ ਤਰ੍ਹਾਂ ਕਚਹਿਰੀ ਲੱਗੀ ਹੈ, ਬਜ਼ੁਰਗ ਮੇਰੀ ਥਾਂ ਤੇ ਖੜਾ ਹੈ। ਤੇ ਕਹਿੰਦੇ ਮੈਂ ਆਪਣੇ ਕੰਨਾਂ ਨਾਲ ਸੁਣਿਆ, ਉਹ ਮਿਸਰ ਵਾਸੀ ਕਹਿੰਦੇ ਅੱਜ ਅਖੀਰਲਾ ਦਿਨ ਹੈ, ਜੇ ਅੱਜ ਰਾਤ ਤੱਕ ਜਾਜਾ ਗੁਲਾਮ ਨਾ ਆਇਆ ਨਾ ਤੇ ਤੂੰ ਜਾਮਨ ਬਣਿਆ ਜਾਜਾ ਗੁਲਾਮ ਦਾ, ਤੈਨੂੰ ਫਾਂਸੀ ਦੇਵਾਂਗੇ। ਤੇ ਕਹਿੰਦੇ ਬਜ਼ੁਰਗ ਨੇ ਪਤਾ ਕੀ ਕਿਹਾ? ਬਜ਼ੁਰਗ ਕਹਿੰਦਾ ਜਿੱਦਾਂ ਇੱਕ ਵਾਰ ਮੈਂ ਜਾਮਨ ਬਣ ਜਾਂਦਾ ਨਾ, ਉਹ ਕਦੀ ਬੇਈਮਾਨ ਨਹੀਂ ਹੁੰਦਾ, ਜ਼ਰੂਰ ਆਏਗਾ, ਉਹ ਜ਼ਰੂਰ ਆਏਗਾ। ਜਾਜਾ ਗੁਲਾਮ ਕਹਿੰਦਾ ਮੈਂ ਕੰਨਾਂ ਨਾਲ ਗੱਲ ਸੁਣੀ। ਕਹਿੰਦੇ ਮੈਂ ਅੰਦਰ ਆਇਆ, 5000 ਸੋਨੇ ਦੀਆਂ ਮੋਹਰਾਂ ਰੱਖੀਆਂ ਤੇ ਕਹਿੰਦੇ ਤੁਸੀਂ ਜਾ ਸਕਦੇ ਹੋ, ਤੁਹਾਨੂੰ ਛੱਡਿਆ। ਕਹਿੰਦੇ ਮੇਰੇ ਮਨ ਵਿੱਚ ਆਇਆ ਕਿ ਜਿਸ ਬਜ਼ੁਰਗ ਨੂੰ ਮੈਂ ਜਾਣਦਾ ਤੱਕ ਨਹੀਂ, ਜਿਹਨੇ 1 ਮਹੀਨਾ ਮੇਰੀ ਜਾਮਨੀ ਭਰੀ, ਮੈਂ ਤਾਂ ਧੰਨਵਾਦ ਤਾਂ ਕਰਾਂ। ਕਹਿੰਦੇ ਜਦੋਂ ਮੈਂ ਪਿੱਛੇ ਘੁੰਮਿਆ ਤੇ ਕੀ ਵੇਖਿਆ ਤੇ ਕੋਈ ਨਹੀਂ ਹੈ। ਕਹਿੰਦੇ ਮੈਂ ਮਿਸਰ ਵਾਸੀਆਂ ਨੂੰ ਪੁੱਛਿਆ ਬਜ਼ੁਰਗ ਕੌਣ ਨੇ, ਕਿੱਥੇ ਰਹਿੰਦੇ ਨੇ, ਮੈਂ ਜਾ ਕੇ ਧੰਨਵਾਦ ਕਰਨਾ ਹੈ। ਤੇ ਮਿਸਰ ਵਾਸੀ ਕਹਿੰਦੇ ਅਸੀਂ ਆਪ ਨਹੀਂ ਜਾਣਦੇ ਕੌਣ ਹੈ, ਅਸੀਂ ਤਾਂ ਪਹਿਲੀ ਵਾਰ ਵੇਖਿਆ ਇਹਨਾਂ ਨੂੰ। ਬਸ ਇਤਨੀ ਗੱਲ ਕਹੀ, ਸਲੀਮਾ ਦੀਆਂ ਅੱਖਾਂ ਵਿੱਚੋਂ ਨੀਰ ਆਇਆ ਤੇ ਮਨ ਨੇ ਇੱਕੋ ਗੱਲ ਕਹੀ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਕਹਿੰਦੇ ਬਸ ਹੁਣ ਨਾ ਕੁਛ ਬੋਲ, ਹੁਣ ਨਾ ਕੁਛ ਬੋਲ। ਹੁਣ ਤੂੰ ਵੀ ਅੱਜ ਰਾਤ ਨੂੰ ਚੱਲੀ ਸੰਗਤ ਵਿੱਚ ਕੀਰਤਨ ਸੁਣਨ, ਤੇਰੇ ਸਵਾਲ ਦਾ ਜਵਾਬ ਤੈਨੂੰ ਆਪੇ ਮਿਲ ਜਾਏਗਾ। ਰਾਤ ਪਈ, ਸਲੀਮਾ ਤੇ ਜਾਜਾ ਗੁਲਾਮ ਕੀਰਤਨ ਸੁਣਨ ਚਲੇ ਗਏ। ਦਿਸਦਾ ਕੁਛ ਨਹੀਂ ਪਿਆ, ਗੁਰੂ ਨਾਨਕ ਸਾਹਿਬ ਕੀਰਤਨ ਕਰ ਰਹੇ ਨੇ। ਉੱਥੇ ਤਾਂ ਇਹ ਵੀ ਲਿਖਿਆ ਹੈ, ਤੁਸੀਂ ਪੜ੍ਹ ਕੇ ਵੇਖੋ। ਕਹਿੰਦੇ ਮਹਾਰਾਜ ਨਾ ਅਰਬੀ ਭਾਸ਼ਾ ਵਿੱਚ ਕੀਰਤਨ ਕਰਦੇ ਸਨ, ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਉਹ ਸਰਬ ਕਲਾ ਦੇ ਗਿਆਤਾ ਨੇ, ਸਰਬ ਕਲਾ ਦੇ ਗਿਆਤਾ ਨੇ। ਵੈਸੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜ੍ਹੋ, 721 ਅੰਗ ਤੇ ਤਿਲੰਗ ਰਾਗ ਦਾ ਜਿਹੜਾ ਪਹਿਲਾ ਸ਼ਬਦ ਹੈ ਨਾ, ਉਹ ਪ੍ਰਸ਼ਨ ਭਾਸ਼ਾ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਮੌਲਵੀ ਕੁਤੁਬਦੀਨ ਦੇ ਕੋਲ ਪੜ੍ਹਨ ਗਏ, ਪੜ੍ਹਨਾ ਕੀ ਸੀ, ਮਹਾਰਾਜ ਨੇ ਮੌਲਵੀ ਨੂੰ ਪੜ੍ਹਾ ਦਿੱਤਾ। ਉਹਨੂੰ ਨਿਮਿਤ ਰੱਖ ਕੇ ਮਹਾਰਾਜ ਨੇ ਅਰਬੀ ਭਾਸ਼ਾ ਵਿੱਚ ਬਚਨ ਉਚਾਰਨ ਕੀਤੇ। ਯਕ ਅਰਜ ਗੁਫਤਮ ਪੇਸ਼ ਤੋ ਤਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੋਏ ਅਜ਼ਰਾਇਲ ਗਿਰਫਤੈ ਦਿਲ ਹੇਚ ਨਦਾਨੀ, ਜ਼ਨ ਪਿਸਰ ਪਦਰ ਬਿਰਾਦਰਾ ਕਸਨੇਸ ਦਸਤੰਗੀਰ, ਆਖਿਰ ਬਿਹਫਤਮ ਕਸ਼ ਨਾ ਦਾਰਦ ਚੂੰ ਸ਼ਵਤ ਤਕਬੀਰ, ਸਭ ਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚੀਨੀ ਅਹਵਾਲ, ਬਦਬਖਤ ਹਮ ਚੂ ਬਖੀਲ ਗਾਫਲ, ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਖਾਕ। ਬੇਨਤੀ ਨੂੰ ਸੁਣਨਾ। ਕਹਿੰਦੇ ਮਹਾਰਾਜ ਨੇ ਸਾਰੀ ਰਾਤ ਅਰਬੀ ਵਿੱਚ ਕੀਰਤਨ ਕੀਤਾ, ਦਿਸਦਾ ਕੁਛ ਨਹੀਂ। ਜਾਜਾ ਗੁਲਾਮ ਤੇ ਸਲੀਮਾ ਬਹਿ ਕੇ ਕੀਰਤਨ ਸੁਣ ਰਹੇ ਨੇ, ਬੜਾ ਆਨੰਦ ਬਣਿਆ। ਤੇ ਕਹਿੰਦੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ, ਮਹਾਰਾਜ ਨੇ ਸਮਾਪਤੀ ਕੀਤੀ। ਇੱਥੋਂ ਸਮਾਪਤੀ ਹੋਈ, ਇੱਥੋਂ ਦਿਨ ਚੜ੍ਹ ਗਿਆ, ਚਾਨਣਾ ਹੋਇਆ। ਸਾਹਮਣੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ। ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਹਿੰਦੇ ਕਰਕੇ ਕਹਿੰਦੇ ਸਲੀਮਾ ये तो वही हैं जो मेरे जामन बने थे। ਦੋਨੋਂ ਭੱਜੇ ਗਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ। ਮਹਾਰਾਜ ਕਹਿੰਦੇ ਸਲੀਮਾ ਤੇਰੇ ਘਰ ਵਾਲੇ ਦਾ ਕਰਮ ਨਹੀਂ ਸੀ, ਤੇਰੇ ਘਰ ਵਾਲੇ ਦਾ ਕਰਮ ਨਹੀਂ ਸੀ, ਇਹਨੂੰ ਤਾਂ ਅੱਜ ਫਾਂਸੀ ਹੋਣੀ ਸੀ। ਉਹ ਕਤਲ ਵੀ ਹੋਣਾ ਸੀ, ਫਾਂਸੀ ਵੀ ਹੋਣੀ ਸੀ। ਪਰ ਤੂੰ ਸਮੇਂ ਦੀ ਵੀ ਸੰਗਤ ਵਿੱਚ ਆਉਂਦੀ ਸੀ। ਸੰਗਤ ਕੀ ਕਰਦੀ ਹੈ? ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ,
गुर प्रसाद परम पद पाया, गुर प्रसाद परम पद पाया। सूके काष्ट हरिया, सत संगत मिले सो तरया। सूके काष्ट हरिया, सत संगत मिले सो तरया। पिंगुल पर्वत पार परे, खल चतुर बकीता। अंधले त्रिभुवन सूजिया, गुर भेट पुनीता। महिमा साधु संग की, सुनो मेरे मीता। मैल खोई कोट अग हरे, निर्मल पए चीता। महाराज कहंदे सलीमा, तेरे घर वाले नूं फांसी होनी सी, पर तू संगत विच आउंदी सी, तू सत्संग करदी सी, कीर्तन सुनदी सी। देख असी तेरे घर वाले दे जामन बने जाके। उत्थे महाराज ने बचन कहे, कहंदे जेड़ा साडी संगत विच आ गया, साडे कीर्तन विच आ गया, महाराज कहंदे वो सिख दे असी लोक विच भी जामन हाँ ते परलोक दे विच भी जामन हाँ। सतगुर किरपा करन, समा हो गया। संगत दा विशा गल चल रही सिੱਖੀ तो सिੱਖੀ तक दा सफ़र। गुरु पंथ, गुरु ग्रंथ, गुरसिख, गुरु पुत्र। नाल ही जदों गुरु ग्रंथ की गल होएगी, असी बाबा दीप सिंह जी की भी गल करांगे। तो क्योंकि भाई साहब ने कहा संगत की गल जरूर करना, तो गुरु नानक साहब ने कहा गुर संगत बाणी बिना दूजी ओट नहीं है राई। उसे गुरु संगत नूं अगे गुरु पंथ का दर्जा, वो कल विशा असी अगे लैके तुरांगे। फिर मैं बेनती करांगा कि कोशिश करना समय सिर आप जी पहुँच जाना। मैं तो अज 7 तो पहले आ गया सी, पर भाई साहब कहते थोड़ी अज पहला दिन है, संगत लेट है, तो मैं 7:45 कथा आरंभ की है। कोशिश करना जे आप जी कल 7:25 ते आ गए, असी 7:30 ही गुरु की गल शुरू करांगे। जिन्ना वध लाहा हो जाएगा वो लाहा ही लाहा है। सारिਆਂ ਦਾ ਧੰਨਵਾਦ ਤੇ ਸਾਰਿਆਂ ਵੱਲੋਂ ਧੰਨਵਾਦ। ਧੰਨ ਧੰਨ श्री गुरु ग्रंथ साहिब जी का। तेरी पना में आकर सभी दुख दूर होते हैं, अंधेरे में भटकने वाले भी पुन नूर होते हैं। तेरे दर की यह खाक भी अक्सीर है मेरे सतगुर, तेरे हाथों में तो पत्थर भी कोही नूर होते हैं। कच्चो कंचन भयो शब्द गुर श्रवणै सुनियो, बिकते अमृत होयो नाम सतगुर मुख भन्यो। लोयो होयो लाल नदर सतगुर जत धारै, पाहन मान करै ज्ञान गुर केहो विचारै। काठो श्री खंड सतगुर किए, दुख दरिद्र तिनके गए। सतगुर चरण जिन परसिया, से पश प्रेत सुर नर पे। गज के फतेह गजादू जी। वाहिगुरु जी का खालसा, वाहिगुरु जी की फतेह।